ਵਾਹਿਗੁਰੂ ਜੀ ਕਾ ਖਾਲਸਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਕੀ ਜੀ ਫਤਿਹ। ਕੀ ਫਤਿਹ। ਸਾਰੀ ਸੰਗਤ ਨੂੰ मैं कहूँगा कि बड़े ਅਸੀਂ ਵੱਡੇ ਭਾਗ ਵਾਲੇ ਹਾਂ ਕਿ ਬਿਕੋਜ਼ ਆਫ ਦਿਸ ਕੋਵਿਡ ਐਸੀ ਸੰਗਤ ਆਨਲਾਈਨ ਮਿਲ ਰਹੀ ਹੈ ਜਿਹੜਾ ਕਿ ਮੈਂ ਕਹਾਂਗਾ ਕਿ ਇੱਕ ਅਖੰਡ ਗੁਰਦੁਆਰਾ ਬਣ ਗਿਆ ਹੈ, ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਭਾਈ which is beyond the boundaries, land boundaries and regional boundaries and physical boundaries, ਤੇ ਜਿਸ ਨੂੰ ਅਸੀਂ ਇੱਕ ਦੂਜੇ ਲਫ਼ਜ਼ ਵਿੱਚ ਸੱਚਖੰਡ ਵੀ ਕਹਿ ਸਕਦੇ ਹਾਂ। ਤੇ ਉਸ ਸੱਚਖੰਡ ਦੇ ਵਿੱਚੋਂ ਡੁਬਕੀ ਮਾਰਦਿਆਂ ਅੱਜ ਦੇ ਇਸ ਗੁਰੂ ਨਾਨਕ ਦੀ ਫੁਲਵਾੜੀ ਦੇ ਵਿੱਚ ਸਾਡੀ ਭੈਣ ਜੀ ਜਿਸ ਤਰ੍ਹਾਂ ਐਜ਼ ਯੂਜੂਅਲ ਬੀਬੀ ਮਨਦੀਪ ਕੌਰ ਜੀ ਸਾਡੇ ਨਾਲ ਸਾਂਝ ਕਰਨਗੇ 12 ਮਾਹ। आओ भैन जी प्लीज सांझ करो। तो ओवर टू यू। वाहिगुरु जी का खालसा वाहिगुरु जी की फतेह। वाहिगुरु जी का खालसा वाहिगुरु जी की फतेह। सतनाम श्री वाहिगुरु साहिब जी। पातों परम पुली पर जो बन पछताणी, पातों परम पुली पर जो बन पछताणी, जल थल नीर पर है बरस रुते रंग माणी, बरसे निसकाली क्यों सुख बाली, दादर मोर लवंते प्रियो प्रियो चवे बबीहा बोले वयंगम फिरे डसंते, मच्छर डांग सायर पर सुपर बिन हर क्यों सुख पाए, नानक पूछ चलो गुर अपने जय प्रभ तहि जाइए, भादों परम पुलाणिया दूजे लगा हेत, लख सिंगार बनाया कारज नाही केत, नानक प्रभ शरणागति चरण बोहित प्रभ देत, से भादों नरक न पाइए गुर रखण वाला है। जिवें कि आपां सारे जानते हैं कि आपां 12 माह की जो विचार सारे रल मिल के सांझी कर रहे हैं, इस विचार के अधीन तुखारी राग नूं आधार बना के आपां सारे अगे अगे चलते हैं। तुखारी राग का ये जिहड़ा आपां शब्द विचारिया है, सांझा कीता है, ये तुखारी राग दे विच 17 बंदां दे विचों 10वां बंद है। 1108 नंबर अंक के उपर धन धन गुरु ग्रंथ साहिब महाराज दे विच सुभाईमान। जिहड़ा सावन और भादों का महीना है, आम बोलचाल की भाषा दे विच इहनूं भादों आख्या जाता है। ये महीना इनू वर्खा रुत जिहड़ी आ बरसात की रुत वो आख्या जाता है। जिवें कि आपां रुत्ती श्लोक दे विच भी पढ़दे आ, रुत बरस सुहेलिया सावन भादवें आनंद जीओ, कि ये जिहड़े दोनों महीने ने ये बरसात दे वर्खा की रुत दे जिहड़े आ ये महीने ने। इन्हां महीनों दे विच बरसात भी हुंदी आ, बरसात तो भाव वर्खा जिहड़ी आ वो आ जाती है, और कदी कदी एकदम ही धुप निकल आती है, एकदम बदल छा जाते ने। इस तरह करके टोटल मिला के जिहड़ा महीना है इनू आपां एक हुमस वाला महीना जिहड़ा वा वो कह सकते हैं। कि इस महीने दे विच कई बार इस तरह भी हुंदा है कि आपां नूं साह लैना जिहड़ा है ना वो भी औखा हो जाता है, क्योंकि एकदम गर्मी हो जानी, एकदम मीह पै जाना, एकदम बदल आ जाने, फिर धुप निकल आनी, उहदे विच जिहड़ी जमीन आ उहदी हालत भी खराब हो जाती है।
ਤੇ ਸਾਹ ਲੈਣਾ ਜਿਹੜਾ ਹੈ ਉਹ ਔਖਾ ਲੱਗਦਾ ਹੈ। ਜਦੋਂ ਆਪਾਂ ਸਮਝਿਆ ਸੀ ਅਸਾੜ ਦਾ ਮਹੀਨਾ, ਅਸਾੜ ਦੇ ਮਹੀਨੇ ਦੇ ਵਿੱਚ ਇਹ ਗੱਲ ਆਪਾਂ ਸਮਝੀ ਸੀ ਕਿ ਜਿਸ ਵੇਲੇ ਅਸਾੜ ਦੇ ਮਹੀਨੇ ਦੇ ਵਿੱਚ ਬੜੀ ਤਪਸ਼ ਪਈ, ਧਰਤੀ ਜਿਹੜੀ ਆ ਉਹ ਤਪ ਗਈ, ਤੇ ਫਿਰ ਧੋਰੇ ਅੰਦਰੋਂ ਇੱਕ ਅਰਦਾਸ ਨਿਕਲੀ। ਉਹ ਅਰਦਾਸ ਸੀ, ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਇੱਕ ਨਾਨਕ ਕੀ ਅਰਦਾਸ। ਉਸ ਅਰਦਾਸ ਦਾ ਨਤੀਜਾ ਇਹ ਹੋਇਆ, ਮੇਘੇ ਨੂੰ ਫਰਮਾਨ ਹੋਆ ਵਰਸੋ ਕਿਰਪਾ ਧਾਰ, ਕਿ ਸਾਵਣ ਦਾ ਜਿਹੜਾ ਮਹੀਨਾ ਉਹ ਬਣ ਗਿਆ। ਬੱਦਲ ਆ ਗਏ, ਵਰਖਾ ਦੀ ਰੁੱਤ ਹੋਈ, ਬਰਸਾਤ ਹੋਈ, ਤੇ ਸਾਵਣ ਦਾ ਜਿਹੜਾ ਮਹੀਨਾ ਹੈ ਉਹ ਆ ਗਿਆ। ਮਹਾਰਾਜ ਨੇ, ਗੁਰੂ ਪਾਤਸ਼ਾਹ ਨੇ ਬਾਹਰਲੇ ਪ੍ਰਤੀਕ ਵਰਤ ਕੇ ਸਾਨੂੰ ਇਹ ਸਾਰੀਆਂ ਚੀਜ਼ਾਂ ਸਮਝਾਈਆਂ ਨੇ। ਇਹਦਾ ਇੱਕ ਕਾਰਨ, ਕਿਉਂਕਿ ਬਾਹਰਲੇ ਪ੍ਰਤੀਕ ਵਰਤ ਕੇ ਜਦੋਂ ਸਾਨੂੰ ਸੱਚੇ ਪਾਤਸ਼ਾਹ ਸਮਝਾਉਂਦੇ ਨੇ, ਉਹਦਾ ਕਾਰਨ ਇਹ ਹੁੰਦਾ ਹੈ ਕਿ ਅਸੀਂ ਇਹਨਾਂ ਹਰ ਚੀਜ਼ ਨੂੰ ਆਪਣੇ ਸਰੀਰ ਤੇ ਹੰਢਾਉਂਦੇ ਹਾਂ। ਜਿਵੇਂ ਮਹੀਨਿਆਂ ਦੀ ਉਦਾਹਰਨ ਦਿੱਤੀ ਆ, ਰੁੱਤਾਂ ਦੀ ਉਦਾਹਰਨ ਦਿੱਤੀ ਆ, ਆਪਾਂ ਇਹ ਰੁੱਤਾਂ ਆਪਣੇ ਆਪ ਤੇ ਹੰਢਾਉਂਦੇ ਹਾਂ। ਜੇ ਪਸ਼ੂ ਪੰਛੀਆਂ ਦੀਆਂ ਉਦਾਹਰਨਾਂ ਦਿੱਤੀਆਂ ਨੇ ਤੇ ਆਪਾਂ ਉਹਨਾਂ ਨੂੰ ਦੇਖਦੇ ਹਾਂ, ਉਹਨਾਂ ਦੇ ਨਾਲ ਵੀ ਸਾਡਾ ਜੀਵਨ ਜਿਹੜਾ ਚੱਲਦਾ ਹੈ, ਆਪਾਂ ਇਸ ਚੀਜ਼ ਨੂੰ ਅਸੀਂ ਹੰਢਾਉਂਦੇ ਹਾਂ। ਤਾਂ ਕਰਕੇ ਇਹ ਉਦਾਹਰਨਾਂ ਸੱਚੇ ਪਾਤਸ਼ਾਹ ਨੇ ਬਾਹਰਲੀਆਂ ਦੇ ਕੇ ਅੰਦਰਲਾ ਜੀਵਨ ਸਵਾਰਨ ਦੀ ਗੱਲ ਕੀਤੀ ਹੈ। ਕਿਉਂਕਿ ਜਦੋਂ ਅਸੀਂ ਬਾਹਰਲੀ ਉਦਾਹਰਨ ਦੇ ਨਾਲ ਕੋਈ ਗੱਲ ਸਮਝਦੇ ਹਾਂ ਨਾ, ਤੇ ਉਹ ਗੱਲ ਪਕੜ ਦੇ ਵਿੱਚ ਜਲਦੀ ਆ ਜਾਂਦੀ ਹੈ। ਸਮਝ ਜਿਹੜੀ ਉਹ ਗੱਲ ਹੈ ਉਹ ਜਲਦੀ ਆ ਜਾਂਦੀ ਹੈ। ਹੁਣ ਇੱਥੇ ਸੱਚੇ ਪਾਤਸ਼ਾਹ ਨੇ ਜਿਹੜੀ ਉਦਾਹਰਨ ਦਿੱਤੀ ਹੈ, ਇਸ ਮਹੀਨੇ ਦੇ ਵਿੱਚ ਅਰਦਾਸ ਤੋਂ ਬਾਅਦ ਸਾਵਣ ਦਾ ਮਹੀਨਾ ਆਇਆ, ਤੇ ਸਾਵਣ ਤੋਂ ਬਾਅਦ ਜਿਹੜਾ ਭਾਦਰੋਂ ਦਾ, ਜਿਹਨੂੰ ਮਹੀਨਾ ਕਹਿੰਦੇ ਨੇ, ਭਾਦੋਂ ਦਾ ਮਹੀਨਾ ਆਇਆ ਹੈ। ਇਸ ਮਹੀਨੇ ਦੇ ਵਿੱਚ ਇਹ ਬੜਾ ਚੋਇਸ ਵਾਲਾ, ਬੜਾ ਚੋਣ ਕਰਨ ਵਾਲਾ ਤੇ ਬੜਾ ਭੁਲੇਖਿਆਂ ਵਾਲਾ ਮਹੀਨਾ ਹੈ। ਇਹ ਆਪਾਂ ਨਾਲ ਨਾਲ ਸਾਂਝਾ ਕਰਾਂਗੇ ਵੀ ਇਹ ਭੁਲੇਖਿਆਂ ਵਾਲਾ, ਭਰਮਾਂ ਵਾਲਾ ਮਹੀਨਾ ਕਿਵੇਂ ਹੈ। ਹੁਣ ਇਸ ਕੁਦਰਤ ਦੇ ਵਿੱਚ ਵਸਦੇ ਆ, ਕਿਉਂਕਿ ਵਸਦੇ ਤੇ ਆਪਾਂ ਸਾਰੇ ਕੁਦਰਤ ਦੇ ਵਿੱਚ ਆ। ਇਸ ਕੁਦਰਤ ਦੇ ਵਿੱਚ ਵਸਦੇ ਆ, ਅਸੀਂ ਕਾਦਰ ਨੂੰ ਕਿਵੇਂ ਭੁੱਲੀ ਬੈਠੇ ਹਾਂ। ਇਹ ਆਪਾਂ ਇਸ ਮਹੀਨੇ ਦੇ ਵਿੱਚ ਨਾਲ ਜਿਹੜੀ ਗੱਲ ਮੇਨ ਉਹ ਸਮਝਦੇ। ਦੋਨੋਂ ਹੀ 12 ਮਾਹ ਦੇ ਵਿੱਚ ਸੱਚੇ ਪਾਤਸ਼ਾਹ ਨੇ ਇੱਕ ਵਰਡ ਵਰਤਿਆ ਹੈ, ਭਰਮ। ਭਰਮ ਦਾ, ਜਿਵੇਂ ਤੁਖਾਰੀ ਰਾਗ ਦਾ 12 ਮਾਹ ਹੈ, ਇਹਦੇ ਵਿੱਚ ਸੱਚੇ ਪਾਤਸ਼ਾਹ ਨੇ ਵਰਤਿਆ ਹੈ, ਭਾਦੋਂ ਭਰਮ ਭੁੱਲੀ ਭਰ ਜੋਬਨ ਪਛਤਾਣੀ। ਤੇ ਮਾਝ ਰਾਗ ਦੇ ਵਿੱਚ ਇਸੇ ਗੱਲ ਨੂੰ ਗੁਰੂ ਅਰਜਨ ਪਾਤਸ਼ਾਹ ਨੇ ਜਿਵੇਂ ਇਹਦੀ ਹੋਰ ਜ਼ਿਆਦਾ ਵਿਆਖਿਆ ਕੀਤੀ ਹੋਵੇ, ਇਹ ਗੱਲ ਆਖੀ ਕਿ ਭਾਦੋਂ ਇਹ ਭਰਮ ਭੁਲਾਣੀਆਂ ਦੂਜੇ ਲੱਗਾ ਹੇਤ। ਹੁਣ ਇਹਨਾਂ ਦੋਨਾਂ ਹੀ 12 ਮਾਹ ਦੇ ਵਿੱਚ ਜਿਹੜਾ ਸ਼ਬਦ ਆ ਉਹ ਭਰਮ ਆਇਆ ਹੈ। ਤੇ ਇਹ ਜਿਹੜਾ ਸ਼ਬਦ ਆ, ਇਹਨੂੰ ਸਮਝਣਾ ਵੀ ਬਹੁਤ ਜ਼ਰੂਰੀ ਹੈ। ਜਿੰਨੀ ਦੇਰ ਤੱਕ ਅਸੀਂ ਇਸ ਸ਼ਬਦ ਨੂੰ ਨਹੀਂ ਸਮਝਦੇ, ਸਮਝ ਕੇ ਆਪਣੇ ਅੰਦਰ ਨਹੀਂ ਵਸਾਉਂਦੇ, ਉਨੀ ਦੇਰ ਤੱਕ ਇਹ ਵਿਚਾਰ ਜ਼ਿੰਦਗੀ ਦੀ ਐਡੀ ਇੰਪੋਰਟੈਂਟ ਵਿਚਾਰ ਆ ਵੀ ਸਾਨੂੰ ਅੰਦਰ ਸਾਡੇ ਬਹਿ ਨਹੀਂ ਸਕਦੇ। ਹੁਣ ਭਰਮ ਦੇ ਵਿੱਚ ਪੈ ਕੇ, ਭੁਲੇਖਿਆਂ ਦੇ ਵਿੱਚ ਪੈ ਕੇ ਦੂਜੇ ਲੱਗਾ ਹੇਤ, ਅਸੀਂ ਜਿਹੜਾ ਆਪਣਾ ਸੰਬੰਧ ਆ, ਮੋਹ ਆ ਜਿਹੜਾ, ਉਹ ਦੂਜੇ ਪਾਸੇ ਜੋੜਿਆ। ਹੁਣ ਕਿਹੜੇ ਪਾਸੇ ਜੋੜਿਆ ਹੈ, ਕਿਵੇਂ ਜੋੜਿਆ ਹੈ, ਇਸ ਚੀਜ਼ ਨੂੰ ਆਪਾਂ ਇਹਦੇ ਚ ਸਮਝਾਂਗੇ। ਦੋ ਸ਼ਬਦ ਆ, ਇੱਕ ਹੈਗਾ ਧਰਮ, ਇੱਕ ਸ਼ਬਦ ਹੈਗਾ ਭਰਮ। ਇਹ ਦੋਨੋਂ ਸ਼ਬਦ ਦੇਖਣ ਨੂੰ ਬੜੇ ਇੰਝ ਲੱਗਦਾ ਕਿ ਜਿਵੇਂ ਬੜਾ ਇਹਨਾਂ ਦੀ ਇੱਕ ਕਵਿਤਾ ਰੂਪ ਚੱਲਦਾ ਹੋਵੇ, ਭਰਮ ਆ, ਧਰਮ ਆ, ਇਸ ਤਰ੍ਹਾਂ ਲੱਗਦਾ। ਔਰ ਜਿਹੜਾ ਇਹਨਾਂ ਦੇ ਵਿੱਚ ਫਰਕ ਆ ਉਹ ਵੀ ਇੱਕ ਹੀ ਅੱਖਰ ਦਾ ਵਾ, ਇੱਕ ਜਗ੍ਹਾ ਧੱਦਾ ਹੈ ਤੇ ਇੱਕ ਜਗ੍ਹਾ ਪੱਬਾ। ਹੁਣ ਬਾਹਰੀ ਰੂਪ ਦੇ ਵਿੱਚ ਭਾਵੇਂ ਆਪਾਂ ਨੂੰ ਬੋਲਣ ਦੇ ਵਿੱਚ ਧਰਮ ਭਰਮ ਇੰਝ ਲੱਗਦਾ ਵੀ ਇੱਕੋ ਜਿਹੇ ਆ, ਪਰ ਅਸਲ ਦੇ ਵਿੱਚ ਇਹਨਾਂ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਜੇ ਇੱਕ ਸ਼ਬਦ, ਇੱਕ ਜਿਹੜਾ ਵਾ ਉਹਨੂੰ ਸਮਝ ਲਓ ਉਹ ਪੂਰਬ ਆ ਤੇ ਦੂਸਰਾ ਉਹ ਪੱਛਮ ਹੈ, ਇੰਨਾ ਜ਼ਿਆਦਾ ਇਹਨਾਂ ਦੇ ਵਿੱਚ ਫਰਕ ਹੈ। ਧਰਮ ਤੋਂ ਭਾਵ ਹੈ ਜੋ ਦਿਸਦਾ ਹੈ, ਜੋ ਅੰਦਰ ਆ, ਜੋ ਸਾਹਮਣੇ ਦਿਸ ਰਿਹਾ ਹੈ, ਉਹੋ ਹੀ ਚੀਜ਼ ਜੋ ਅੰਦਰ ਆ ਸੋ ਬਾਹਰ ਆ, ਕੋਈ ਫਰਕ ਨਹੀਂ, ਉਹ ਧਰਮ ਹੈ। ਤੇ ਜੋ ਦਿਸ ਰਿਹਾ ਹੈ ਉਹ ਅੰਦਰ ਹੈ ਨਹੀਂ, ਅਸਲ ਦੀ ਨਕਲ ਆ,
वो भरम है। जिहड़ी चीज जैसी दिसदी आ वैसी होवे ना, उस चीज नूं आख्या जांदा है भरम। हुण इहनूं समझण वास्ते आपां बाबा रविदास जी कोलों पुछीए। उन्होंने समझाया, वो आखदे ने, माधवे क्या कहिए भ्रम ऐसा, जैसा मानिए होए न तैसा। भी जो असीं मन बैठे हाँ वो है नहीं, ते जो पता नहीं वो है, ये भरम आ। हुण इहदे विच सच्चे पातशाह दसदे ने, नरपत एक सिंघासन सोया, सुपने पया भिखारी। एक राजा सुता, सुत्तियां पिया उहनूं सुपना आया है कि मैं सुपने च भिखारी हो गया, मंगता हो गया, अछत राज बिशरत दुख पाया, ते मेरा सारा राज भाग जिहड़ा है ना वो जांदा लगा। हुण है सुपना है, असल च भिखारी नहीं हैगा, हैगा वो राजा है, पर उन्होंने सुपने दे विच इंज लगदा भी मैं भिखारी बन गया तो मेरा राज भाग चला गया। ये जिहड़ा भुलेखा है ना, उन्होंने सारी रात तंग कर मारदा, उन्होंने चंगी तरह ना उठ सकदा है ते ना सौ सकदा है। वो भुलेखे दे विच ही अपनी सारी रात जिहड़ी आ वो कढ दिंदा। ये है भरम। दूसरी उदाहरण सच्चे पातशाह बाबा रविदास जी दिंदे ने, आखदे ने, राज भयंग प्रसंग जैसे हैं, अब कश मरम जनाया। राज का मतलब हुंदा रस्सी, रस्सी नूं इत्थे राज आख्या गया। भयंग सप, हुण हनेरे दे विच रस्सी पई है, हुण जिहड़ा बंदे ने उहनूं टप के जाना, बंदे ने मन्नो किते असीं जाना है, ते हनेरे दे विच पई है एक रस्सी। हुण असीं रस्सी वेख के ते भुलेखा खा गए भी मता किते सप ही ना होवे, किते सप पिया है। आपां 2 मिनट 3 मिनट 5 मिनट 10 मिनट वेट कीती भी थोड़ा हिलेगा। हुण कैसा ढीठ किस्म दा सप आ, कैसा बेशरम जिहा सप आ, वो हिलदा ही नहीं। फिर असीं की कीता, असीं क्या दिमाग ने काम कीता भी मना थोड़े चानण च देख लवां, माड़ा जिहा लाइट कर लवां। जदों थोड़ा जिहा चानण कीता, लाइट कीती, ते फिर पता लगा ओहो ये ते रस्सी है। हुण हनेरे च पई रस्सी सप दिसदी आ। हुण जे बंदा उहनूं नहीं देखदा, अगे लंघ जांदा उहनूं टप के, ते हो सकदा जे सप होवे ते उहनूं डंग मार देवे, जिंदगी चली जावे। ते जे नहीं जांदा, सप समझ के खड़ा रहिंदा है भी कदों जाऊगा, अगे हिलूगा, फिर मैं निकलूंगा, ते है सी रस्सी, वो जिंदगी दा उन्ना समा जिहड़ा वो अंजाई गवा लिया। हुण देखो ना, भुलेखा पै गया, भरम दे विच आ गया। हुण भरम ऐसा पै गया, दिमाग नूं चोण नहीं हुंदी भी मैं इहनूं टप जावां जां मैं लंघ जावां जां मैं की करां। वो रस्सी दे उत्तों की होया, रस्सी दे उत्तों उहनूं भुलेखा सप दा पै गया। एक ते हो गया भरम, दूसरा महाराज ने पहलों लिखिया भा दोए, भादोए, जानी 2 भा 2 रस्ते। हुण रस्ते भी 2 आ ते हैगा भी भरम आ, बंदा करे की। असीं किसी मंजिल ते पहुंचना है, उस मंजिल ते पहुंचण वास्ते असीं तुरे जा रहे हैं, फटाफट सीधे तुरे जा रहे हैं, रस्ता एक ही आ, असीं जा रहे हैं, असीं अपनी मंजिल ते झटपट पहुंच जाएंगे। पर किसी जगह ते जाके 2 रस्ते निकल आउण, जिन्हों दोराहा जां 4 रस्ते निकल आउण, जिन्हों चौराहा आख्या जाता है। हुण जिथे 2 राह आ गए, 2 रस्ते आ गए, 2 भा हो गए, उत्थे फिर सानू चोण करनी पऊगी भी मैं इधरले रस्ते जावां कि मैं इधरले रस्ते जावां, किधर दी मैं अपनी मंजिल ते पहुंचा। एक ते भा 2, रस्ते 2 हो गए, एक पै गए असीं भरम दे विच। हुण जदों असीं भरम दे विच पै गए आ, ते भरम नूं महाराज ने आख्या है, सच्चे पातशाह गुरु अर्जन साहब महाराज ने आसा राग दे विच समझाया है, आखण लगे, भरम में सोई सगल जगत तंद अंध। भी जिन्ना सारा संसार आ ना, बहुते लोग जिहड़े ने वो भुलेखियां दे विच पए, भरमां दे विच पए, सुत्ते ही जागदे तुरे फिरदे। हुण सुत्ते जागदे वाले हिसाब आ ना भी पता लगदा नहीं आ। हनेरा जिहड़ा है उन्हें रस्सी नूं भी सप समझ लिया। हुण हनेरा जिहड़ा है ये हमेशा एक पड़दा करदा है, ये गल हमेशा अपने दिमाग च सांभ के रखनी है। हनेरा हमेशा चीज नूं लुका के रखदा है, पड़दा पा के रखदा है। ये ते बाहरले हनेरे दी गल है, ते जिहड़ा साडे दिमागां च अज्ञानता दा हनेरा पिया है ना, ये कदों बुझूगा? जदों किते जाके धर्म दा चानण होएगा,
ਜਦੋਂ ਕਿਤੇ ਅਸੀਂ ਧਰਮੀ ਬਣਾਂਗੇ, ਸੱਚੇ ਬਣਾਂਗੇ, ਭੁਲੇਖੇ ਟੁੱਟਣਗੇ ਤੇ ਫਿਰ ਦਿਮਾਗਾਂ ਦੇ ਵਿੱਚ ਪਿਆ ਹਨੇਰਾ ਦੂਰ ਹੋਏਗਾ। ਨਾ ਧਰਮ ਦਾ ਚਾਨਣ ਹੁੰਦਾ ਹੈ, ਨਾ ਭੁਲੇਖੇ ਟੁੱਟਦੇ ਆ, ਤੇ ਕਰਦੇ ਅਸੀਂ ਕੀ ਆ? ਛੋੜ ਜਾਏ ਸੇ ਕਰੇ ਪਰਾਲ, ਕੰਮ ਨਾ ਆਵੇ ਸੇ ਜੰਜਾਲ। ਜਿੰਨਾ ਕੰਮਾਂ ਦੇ ਨਾਲ ਸਾਡਾ ਭਲਾ ਹੀ ਨਹੀਂ ਹੋਣਾ, ਜਿਹੜੇ ਕੰਮ ਅੰਦਰੋਂ ਹੋਰ ਬਾਹਰੋਂ ਹੋਰ। ਦੇਖੋ ਨਾ, ਝੂਠ ਬੋਲਣ ਵਾਸਤੇ ਮੈਮਰੀ ਕਿੱਡੀ ਸ਼ਾਰਪ ਚਾਹੀਦੀ ਬੰਦੇ ਦੀ। ਹੁਣ ਜਿਸ ਬੰਦੇ ਨੇ ਝੂਠ ਬੋਲਣਾ ਹੈ ਨਾ, ਉਹਦੀ ਮੈਮਰੀ ਬਹੁਤ ਸ਼ਾਰਪ ਚਾਹੀਦੀ ਹੈ, ਤਾਂ ਕਿ ਉਹਨੂੰ ਯਾਦ ਰੱਖਣਾ ਪੈਂਦਾ ਵੀ ਫਲਾਣੇ ਟਾਈਮ ਫਲਾਣੇ ਨੂੰ ਇੰਝ ਕਿਹਾ ਸੀ, ਫਲਾਣੇ ਨੂੰ ਇੰਝ ਕਿਹਾ ਸੀ, ਫਲਾਣੇ ਨੂੰ ਇੰਝ ਕਿਹਾ ਸੀ। ਤੇ ਜੇ ਸੱਚ ਆ, ਜੈਸੇ ਅੰਦਰ ਤੈਸੇ ਬਾਹਰ, ਉਹ ਯਾਦ ਰੱਖਣ ਦੀ ਲੋੜ ਹੀ ਨਹੀਂ, ਕਿਉਂਕਿ ਸੱਚ ਸਦਾ ਹੀ ਸੱਚ ਹੈ। ਐਵੇਂ ਜੰਜਾਲਾਂ ਨੂੰ ਚੁੱਕੀ ਫਿਰਨਾ ਵੀ ਹੋ ਮੈਂ ਉਹਨੂੰ ਪਤਾ ਨਹੀਂ ਕੀ ਕਿਹਾ, ਇਹ ਵੀ ਯਾਦ ਰੱਖਾਂ, ਉਹਨੂੰ ਕੀ ਕਿਹਾ ਇਹ ਵੀ ਯਾਦ ਰੱਖਾਂ, ਤੇ ਉਹ ਜੰਜਾਲ 'ਚ ਅਸੀਂ ਪਏ ਰਹਿੰਦੇ। ਹੁਣ ਦੋ ਚੀਜ਼ਾਂ ਨੇ ਇੱਥੇ ਸਾਨੂੰ ਹੋਰ ਜ਼ਿਆਦਾ ਗੱਲ ਪਕੜ ਚ ਆਵੇਗੀ, ਧਰਮ ਤੇ ਭਰਮ। ਜਿਹੜਾ ਧਰਮ ਆ ਇਹ ਅੰਦਰਲਾ ਸ਼ਿੰਗਾਰ ਆ, ਜਿਹੜਾ ਭਰਮ ਆ ਉਹ ਬਾਹਰਲਾ ਸ਼ਿੰਗਾਰ ਆ, ਉਹ ਦਿਖਾਵੇ ਦਾ ਸ਼ਿੰਗਾਰ ਆ। ਜਿੱਥੇ ਧਰਮ ਹੋਏਗਾ ਉੱਥੇ ਪਰਮਾਰਥ ਹੋਏਗਾ, ਰੱਬ ਦਾ ਰਸਤਾ ਹੋਏਗਾ। ਜਿੱਥੇ ਭਰਮ ਹੋਏਗਾ ਉੱਥੇ ਪਦਾਰਥ ਹੋਏਗਾ, ਉੱਥੇ ਹਉਮੈ ਹੋਏਗੀ। ਤੇ ਪਦਾਰਥ ਦਾ ਪਤਾ ਕੀ, ਜਿਵੇਂ ਜਿਵੇਂ ਸਾਇੰਟਿਸਟ ਪਦਾਰਥ ਦੇ ਨੇੜੇ ਗਏ ਤੇ ਕੀ ਲੱਭਾ ਉਹਨਾਂ ਨੇ? ਉਹ ਕਹਿਣ ਲੱਗੇ ਤੇ ਮੈਟਰ ਨੂੰ ਜਦੋਂ ਉਹ ਲੱਭਣ ਨਹੀਂ ਗਏ, ਕਹਿੰਦੇ ਇਹ ਤੇ ਐਨਰਜੀ ਆ, ਮੈਟਰ ਤਾਂ ਹੈ ਹੀ ਕੋਈ ਨਹੀਂ। ਜਦੋਂ ਪਦਾਰਥ ਦੇ ਨੇੜੇ ਗਏ ਪਤਾ ਲੱਗਾ ਤੇ ਸਾਰਾ ਕੰਮ ਊਰਜਾ ਦਾ ਵਾ, ਐਨਰਜੀ ਦਾ। ਗੱਲ ਸਾਹਮਣੇ ਆ ਗਈ। ਤੇ ਜਿਵੇਂ ਜਿਵੇਂ ਅਸੀਂ ਧਰਮ ਦੀ ਦੁਨੀਆ 'ਚ ਜਾਵਾਂਗੇ ਅੱਗੇ, ਹੰਕਾਰ ਨੂੰ ਵੇਖਾਂਗੇ ਤੇ ਫਿਰ ਪਤਾ ਲੱਗੂ ਇਹ ਤੇ ਆਪਣੇ ਨਾਲ ਐਵੇਂ ਚੁੱਕੀ ਫਿਰਦੇ, ਇਹਦਾ ਕੰਮ ਕੋਈ ਨਹੀਂ। ਤੇ ਜਿਹੜਾ ਸਭ ਤੋਂ ਅਹਿਮ, ਜਿਹੜਾ ਸਾਨੂੰ ਸਮਝਣ ਵਾਲੀ ਗੱਲ ਆ, ਜਿੱਥੇ ਭਰਮ ਹੋਏਗਾ, ਜਿੱਥੇ ਧਰਮ ਹੋਏਗਾ ਉੱਥੇ ਸਿਧਾਂਤ ਹੋਣਗੇ, ਜਿੱਥੇ ਭਰਮ ਹੋਏਗਾ ਉੱਥੇ ਸਮਝੌਤੇ ਹੋਣਗੇ। ਜਿੱਥੇ ਵੀ ਜਿਹੜਾ ਬੰਦਾ ਧਰਮੀ ਹੋਏਗਾ ਉਹ ਸਿਧਾਂਤਾਂ ਨੂੰ ਕਦੀ ਛੱਕੇ ਤੇ ਨਹੀਂ ਟੰਗੇਗਾ। ਉਹਨੂੰ ਪਤਾ ਹੈ ਵੀ ਜੇ ਗੁਰੂ ਮਹਾਰਾਜ ਨੇ ਇਹ ਸਿਧਾਂਤ ਦਿੱਤਾ ਵੀ ਭਲਿਆ ਸੱਚ ਬੋਲਣਾ ਹੈ ਤੇ ਸੱਚ ਹੀ ਬੋਲਣਾ, ਸੱਚ ਦੀ ਰਾਹ ਤੇ ਚੱਲਣਾ ਹੈ। ਜੇ ਗੁਰੂ ਮਹਾਰਾਜ ਨੇ ਆਖਿਆ ਵੀ ਸਭ ਦਾ ਭਲਾ ਕਰਨਾ, ਸਰਬੱਤ ਦਾ ਭਲਾ ਕਰਨਾ ਹੈ, ਉਹ ਸਿਧਾਂਤਾਂ ਨੂੰ, ਧਰਮੀ ਬੰਦਾ ਕਰੀ ਸਿਧਾਂਤਾਂ ਨੂੰ ਛਿੱਕੇ ਨਹੀਂ ਟੰਗੇਗਾ, ਉਹ ਸਰਬੱਤ ਦਾ ਭਲਾ ਕਰੇਗਾ। ਉਹ ਦਿਖਾਵੇ ਕਰਕੇ ਨਹੀਂ ਦਿਖਾਏਗਾ, ਕਿਉਂਕਿ ਉਹਨੂੰ ਪਤਾ ਹੈ ਕਿ ਧਰਮ ਅੰਦਰਲਾ ਸ਼ਿੰਗਾਰ ਹੈ। ਤੇ ਜਿਹੜਾ ਭਰਮਾਂ 'ਚ ਪਿਆ ਹੋਏਗਾ ਨਾ, ਉਹ ਸਿਧਾਂਤਾਂ ਨੂੰ ਛਿੱਕਿਆਂ ਤੇ ਟੰਗ ਕੇ ਤੇ ਸਮਝੌਤੇ ਕਰੇਗਾ, ਉਹ ਸਮਝੌਤੇ ਵਾਲੇ ਪਾਸੇ ਜਾਏਗਾ। ਤੇ ਜਦੋਂ ਬੰਦਾ ਸਿਧਾਂਤ ਛੱਡ ਕੇ ਸਮਝੌਤੇ ਕਰਦਾ ਹੈ ਨਾ, ਉਹਦੇ ਵਾਸਤੇ ਸੱਚੇ ਪਾਤਸ਼ਾਹ ਨੇ ਆਖਿਆ ਏ, ਝੂਠ ਬਾਤ ਸਾ ਸੱਚ ਕਰ ਜਾਤੀ, ਸਤ ਹੋਵਣ ਮਨ ਲੱਗੇ ਨਾ ਰਾਤੀ, ਬਾਵੇ ਮਾਰਗ ਟੇਢਾ ਚੱਲਣਾ, ਸਿੱਧਾ ਛੋਟ ਅਪੂਠਾ ਬੁਣਨਾ। ਉਹਦੇ ਵਾਸਤੇ ਮਹਾਰਾਜ ਨੇ ਆਖਿਆ ਵੀ ਕਿੰਨੇ ਸੱਚ ਸਾਡੇ ਆਲੇ ਦੁਆਲੇ ਜਿਹੜੇ ਨੇ ਉਹ ਵਾਪਰ ਰਹੇ ਨੇ। ਜਿਹੜਾ ਸਮਝੌਤਾਵਾਦੀ ਬੰਦਾ ਹੈ ਉਹ ਫਿਰ ਵੀ ਇਹਨਾਂ ਸੱਚ ਨੂੰ ਸਾਡੇ ਸਾਹਮਣੇ ਆਉਣ ਨਹੀਂ ਦਿੰਦਾ। ਕਿੰਨੇ ਸੱਚ ਸਾਡੇ ਆਲੇ ਦੁਆਲੇ ਵਾਪਰਦੇ ਨੇ, ਸਾਡੀਆਂ ਅੱਖਾਂ ਤੇ ਭਰਮ ਦੀ ਇਹੋ ਜਿਹੀ ਪੱਟੀ ਪਈ ਆ ਵੀ ਅਸੀਂ ਉਸ ਸੱਚ ਨੂੰ ਪਛਾਣ ਹੀ ਨਹੀਂ ਸਕਦੇ। ਕਿਉਂ ਨਹੀਂ ਪਛਾਣ ਸਕਦੇ? ਕਿਉਂਕਿ ਅਸੀਂ ਕਹਿੰਦੇ ਆ ਜੇ ਕਿਸੇ ਦਾ ਨੁਕਸਾਨ ਹੋਇਆ ਹੈ ਨਾ, ਤੇ ਇਹਦਾ ਹੋਇਆ, ਮੇਰਾ ਥੋੜੀ ਹੋਇਆ ਹੈ, ਮੇਰਾ ਥੋੜੀ ਕੁਛ ਵਿਗੜਿਆ ਹੈ, ਮੇਰਾ ਤਾਂ ਕੁਛ ਨਹੀਂ ਵਿਗੜਿਆ। ਜੇ ਕਿਸੇ ਦੇ ਘਰ ਦਾ ਜੀ ਚਲਾ ਗਿਆ ਹੈ ਤੇ ਕਿਸੇ ਦੇ ਘਰ ਦਾ ਚਲਾ ਗਿਆ ਹੈ, ਸਾਡੇ ਤਾਂ ਸਾਰੇ ਸਹੀ ਸਲਾਮਤ ਹੈ ਨਾ। ਔਰ ਜਿਹੜੇ ਬੰਦੇ ਸਮਝੌਤੇ ਕਰਦੇ ਨੇ ਉਹ ਝੂਠੀਆਂ ਦਲੀਲਾਂ ਔਰ ਆਪਣੀਆਂ ਚਤਰਾਈਆਂ ਦੇ ਨਾਲ ਸੱਚ ਨੂੰ ਨਕਾਰਨ ਦਾ ਯਤਨ ਕਰਦੇ ਨੇ ਵੀ ਕਿਸੇ ਤਰੀਕੇ ਨਾਲ ਜਿਹੜਾ ਸੱਚ ਆ ਉਹ ਦੁਨੀਆ ਦੇ ਸਾਹਮਣੇ ਨਾ ਆ ਜਾਵੇ। ਉਹ ਹਮੇਸ਼ਾ ਸੱਚ ਨੂੰ ਨਕਾਰਦੇ ਨੇ। ਕਿਉਂ? ਉਹਨਾਂ ਦਾ ਇਹ ਸਮਝੌਤਾ ਹੁੰਦਾ ਹੈ ਵੀ ਅਸੀਂ ਸਮਝੌਤੇ ਕਰ ਲਏ ਆ, ਅਸੀਂ ਸਿਧਾਂਤ ਗੁਰੂ ਦੇ ਛੱਡ ਦਿੱਤੇ ਆ ਤੇ ਦੂਜੇ ਨੂੰ ਗੁਰੂ ਦੇ ਸਿਧਾਂਤ ਤੇ ਚੱਲਣ ਨਹੀਂ ਦੇਣਾ। ਔਰ ਜੇ ਕੋਈ ਬੰਦਾ ਸਮਝੌਤਾਵਾਦੀ ਬੰਦਿਆਂ ਨੂੰ, ਭਰਮਾਂ 'ਚ ਪਿਆ ਬੰਦਿਆਂ ਨੂੰ ਧਰਮ ਦੀ ਗੱਲ, ਸਿਧਾਂਤ ਦੀ ਗੱਲ ਸਮਝਾਵੇ, ਉਹਨੂੰ ਇੰਨਾ ਬੁਰਾ ਸਮਝਦੇ ਆ, ਇੰਨਾ ਬੁਰਾ ਸਮਝਦੇ ਆ ਵੀ ਉਹਦੇ ਨਾਲ ਕਿਸੇ ਵੀ ਹੱਦ ਤੱਕ ਜਾਣ ਦੀ ਕੋਸ਼ਿਸ਼ ਕਰਦੇ ਆ। ਇਹ ਆਪਣੇ ਆਲੇ ਦੁਆਲੇ ਆਪਾਂ ਦੇਖਣਾ ਹੈ ਨਾ, ਝਾਤੀ ਮਾਰ ਇਹਨੂੰ ਆਪਾਂ ਸਮਝਣਾ ਪਤਾ ਕਿਵੇਂ ਆ। ਹੁਣ ਜਿੰਨਾ ਬੰਦਿਆਂ ਨੂੰ ਚਸਕਾ ਲੱਗਾ ਪਦਾਰਥਾਂ ਦਾ, ਜਿਨ੍ਹਾਂ ਦੇ ਮਨਾਂ ਨੂੰ ਚਸਕਾ ਲੱਗਾ ਝੂਠ ਦਾ, ਜਿਨ੍ਹਾਂ ਨੂੰ ਚਸਕਾ ਲੱਗਾ ਹਰ ਵੇਲੇ ਗਲਤ ਗੱਲਾਂ ਦਾ, ਉਹ ਸੱਚ ਨੂੰ ਪਛਾਣਦਿਆਂ ਹੋਇਆ ਵੀ ਸੱਚ ਨੂੰ ਪਛਾਣ ਨਹੀਂ ਸਕਦੇ। ਜਿਵੇਂ ਨਾ ਇੱਕ ਮੰਗਤਾ ਸੀ, ਉਹ ਜਦੋਂ ਬੰਦਾ ਸਿਧਾਂਤਾਂ ਨੂੰ
सिद्धांतां नूं शिक्के ते टंगदा। ये गल मैं एक होर इत्थे सांझी कर देवां, जिस वेले बंदा सिद्धांतां नूं शिक्के ते टंगदा है ते शिक्के ते टंग के जदों समझौते करदा, उस बंदे नूं गुरु महाराज ने आख्या माया दे विच लिप्त होया। ते माया वाले वास्ते आखदे ने माया धारी अत अन्ना बोला, शब्द ना सुनी बहु रोल कचोला। ते होर इहदे वास्ते आखदे ने बाबा माया भरम भुलाए। माया दे विच बंदा बह के छलावियां दे विच, पदार्थां दे छलावियां दे विच ऐसा आ जांदा है कि भरम भुल्ली डुहागणी ना फिर अंक समाए। वो फिर जिहड़ी जिंद आ ना भरमां दे विच पै के अपने प्रीतम दे मिलाप दा सुख सारी जिंदगी मान ही नहीं सकदा। भरमां च पिया बंदा सारी जिंदगी धर्म वाले पासे आ ही नहीं सकदा। ये सच आ कि जेड़ा नास्तिक बंदा होवे ना, वो ते कदी आस्तिक हो जाएगा, पर जेड़ा बंदा आस्तिक होने दा विखावा करे वो किते मुड़ आवे, ये बड़ा मुश्किल हुंदा है। जेड़ा अधर्मी होवे वो तां कदी धर्म वाले पासे आ जाएगा, पर जेड़ा सिर्फ धर्म दा दिखावा करे उस बंदे तो बचन लई महाराज ने बहुत सुचेत रहन लई आख्या है। इसे चीज नूं माया दा धारनी आख्या है। माया दे धारनी दा ये मतलब नहीं हैगा कि असी माया नहीं कमाउणी, पैसा नहीं कमाउणा। सच्चे पातशाह आखदे ने हक दी कमाई कर, भावें करोड़ा रुपया कमा तू, कोई इतराज नहीं, पर दूजियां दे हक मार के, झूठ बोल के, समझौते करके जेड़ी तू माया कमाउंदा है ना, उस माया वास्ते सच्चे पातशाह आख्या माया किसनूं आखिए, क्या माया कर्म कमाए। माया की करदी आ? दुख सुख ये जियो बद है, हौमे कर्म कमाए। जेड़ा बंदा माया दे विच लिप्त हो जांदा है ना, जेड़ा पदार्थां दे विच लिप्त हो जांदा है, जेड़ा समझौतियां नूं अपने गल नाल ला लैंदा है, उस बंदे नूं पता की हुंदा, वो इहो जी हौमे दे विच आ जांदा है। इस तरह दा हौमे वाला हो जांदा है कि वो आखदा मैं वड्डा। दुख सुख नूं किसे दे दुख सुख दी परवाह ही नहीं रहिंदी। वो ना किसे दे दुख च दुखी हुंदा है, ना किसे नूं सुखी वेख के वो कदी खुश हुंदा है। ਉਹਦੇ मन दे विच हमेशा इहो ही गल रहिंदी आ कि मैं वड्डा, मैं वड्डा। क्योंकि सावन दे महीने तो बाद, सावन दे महीने दे अरदास कीती सी ते इह तपश जिहड़ी खत्म होई सी असाड़ दी, सावन दीयां बूंदां पईयां सी। पहले की साडे हिरदे दी धरती ते राज सी हौमे दा। ਇਹ ਹਉਮੈ ਦਾ ਰਾਜ ਜਦੋਂ ਇੰਨਾ ਚਿਰ ਰਿਹਾ ਤੇ ਜਦੋਂ ਸਾਵਨ ਦੀਆਂ ਬੂੰਦਾਂ ਪਈਆਂ, ਉਹ ਹਉਮੈ, ਉਹ ਈਗੋ, ਉਹ ਔਗਣ ਬਰਦਾਸ਼ਤ ਹੀ ਨਾ ਕਰ ਸਕੇ ਵੀ ਇਹ ਹਿਰਦੇ ਦੀ ਧਰਤੀ ਠੰਡੀ ਕਿਵੇਂ ਹੋ ਜਾਵੇ, ਕਿਵੇਂ ਜੀਵ ਇਸਤਰੀ ਦੀ ਜਿਹੜੀ ਹਿਰਦੇ ਦੀ ਧਰਤੀ ਹੈ ਇਹ ਗੁਣਾ ਵਾਲੀ ਕਿਵੇਂ ਹੋ ਜਾਵੇ। ਉਹਨੇ ਪਤਾ ਕੀ ਕੀਤਾ, ਜਿਹੜੀ ਅੰਦਰ ਹਉਮੈ ਬੈਠੀ ਸੀ ਨਾ, ਉਹ ਸਾਡੇ ਮੂੰਹ ਤੇ ਆ ਗਈ। ਮੂੰਹ ਤੇ ਕਿਵੇਂ ਹਉਮੈ ਆਉਂਦੀ ਹੈ? ਜਿਸ ਵੇਲੇ ਅਸੀਂ ਮੂੰਹ ਚੜ ਕੇ ਇੰਨੀ ਗੱਲ ਆਖਦੇ ਆ, मैं 4 बजे उठ के सिमरन करदा, हैगा कोई? जिस वेले असी आखदे आ मैं 2:30 बजे चौंकड़ी मार के बह जाना ते 6 बजे तक चौंकड़ी मार के बैठा रहना, भलिया बहना ते अपने लिए बहना, किसे दा की है? जिस वेले असी आखदे आ मैं अमृत छकिया, मैं अमृतधारी, मेरे वर्गा कोई बंदा नहीं, ते जेड़े बंदे बेचारियां ने हली नहीं इस पासे आए, जिन्हां नहीं अमृत छकिया, उन्हां नूं जदों अखां कढ कढ वेखदा है, ਉਹਨੂੰ ਆਖਦੇ ਨੇ ਭਾਦੋਂ ਦਾ ਮਹੀਨਾ ਸ਼ੁਰੂ ਹੋ ਗਿਆ। ਉਹਨੂੰ ਆਖਦੇ ਨੇ ਇਹ ਬੰਦਾ ਭਰਮਾਂ 'ਚ ਪਿਆ ਹੈ, ਇਹਨੇ ਸੱਚ ਨੂੰ ਪਛਾਣਿਆ ਹੀ ਨਹੀਂ। ਉਹ ਬੰਦਾ ਭਰਮਾਂ ਦਾ ਸ਼ਿਕਾਰ ਹੋਇਆ, ਆਪਣੇ ਆਪ ਨੂੰ ਉਹ ਧਰਮੀ ਸਮਝਦਾ ਹੈ, ਪਰ ਧਰਮ ਦੀ ਆੜ ਦੇ ਵਿੱਚ ਕਮਾ ਕੀ ਰਿਹਾ ਹੈ? ਭਰਮ। ਆਪਣੇ ਆਪ ਨੂੰ ਧਰਮੀ ਸਮਝਦਾ ਵੀ ਮੈਂ ਬੜਾ ਪਾਠ ਕਰਦਾ, ਤੇ ਨਾਲ ਇਹ ਗੱਲ ਮਨ ਦੇ ਵਿੱਚ ਲਈ ਫਿਰਦਾ, ਚੁੱਕੀ ਫਿਰਦਾ ਵੀ ਮੈਂ ਤੇ ਬੜਾ ਗੁਰਬਾਣੀ ਦਾ ਰਸੀਆ, ਮੈਂ ਬੜਾ ਗਿਆਨੀ, ਮੈਂ ਬੜਾ ਵਿਦਵਾਨ, हैगा कोई मेरे वर्गा विद्वान? समझदा है भी मैं बड़ा धर्मी हाँ, पर प्या कादे च? प्या भरमा दे विच। हुण एक मंगण वाला सी, एक मंगता सी, उन्हें 25-30 साल हो गए उस मंगते नूं मंगदियां मंगदियां। एक शाहूकार ने वेख्या, उन्होंने बड़ा तरस आया, वो आखन लगा, कहन लगा भी ये बेचारे नूं 25-30 साल हो गए ने मंगदे नूं, ते इन्हें हथ दे विच मैला कचैला जिहा इन्हें ठूठा फड़िया है, ते गल भी इन्हें गंदे कपड़े पाए आ, मैलियां लीरां पाइयां ने। ओहदे कोल गया, कहंदा भलिया तैनूं किन्ना चिर हो गया मंगदे आ? वो कहंदा हो ही गए 25-30 साल। कहंदा चल मेरे नाल, तेरी मैं ना कंगाली दूर करा। उन्होंने तरस आ गया, दयावान बंदा सी, वो लै गया उन्होंने अपने नाल।
जिस वेले अपने घर लै गया तो उन्हें उन्होंने खूब धन पदार्थ, चंगे वस्त्र, होर काफ़ी कुछ उन्होंने दिता मंगते ते उन्होंने नाल ही कहन लगा भी गल ये आ भी अज तो बाद तू मंगी ना, क्योंकि जिन्ना मैं तेनू दे दिता है ना, इन्ना तू 25-30 साल होर मंगदा रहिंदा ते तू इन्ना नहीं सी मंग सकदा, इन्ना नहीं सी होना। वो कहंदा जी ठीक है। जदों मंगता जान लगा ना, गल भी उन्हें सोहने कपड़े पा ले, जदों जान लगा तो अपनियां लीरां जिहड़ियां लाइयां सी गलों गंदियां मंदियां कपड़े, वो ते नाल अपना गंदा जिहा ठूठा वो भी चुक ले। शाहूकार बड़ा हैरान होया, कहंदा ये की करना हुण, सुट दे इन्हां नूं, हुण थोड़ी तू मंगना है। वो कहंदा नहीं इत्थे काहनूं गंदा करना, मैं बाहर सुट जाना चाहता होया। शाहूकार कहंदा ठीक है जी बाहर सुट दे। उन्हें वेख्या भी ये बाहर सुटदा कि नहीं सुटदा, वो मंगता ना ठूठा ते वो जिहड़े गंदे कपड़े सी अपने नाल ही पा के लै गया, वो सुट के ना गया। वो क्यों ना सुट के गया, क्योंकि उन्होंने उन्हां लीरां दे नाल, उस गंदे ठूठे दे नाल मोह हो गया सी। उन्होंने इस तरह लगा कि जे किते मैं ये चीज़ां सुट दित्तियां, अपने गंदे कपड़े सुट दिते, मैला जिहा ठूठा सुट दिता, ते किते मैं फिर ना कंगाल हो जावां, मैं किते फिर ना गरीब हो जावां। हुण इहो हाल साडा है। असीं काम ते करदे हां धर्म दे, पर असल दे विच असीं भरमां वाले काम करदे धर्म दी आड़ दे विच। असीं चाहुंदे हां भी सच्चे पातशाह तुसीं सानूं सुख दिओ, सकून दिओ, सब कुछ दिओ, पर असीं कहंदे मेरी जिंदगी भी तराशो। असीं सच्चे पातशाह नूं कहंदे महाराज मैनूं तराश दिओ, मैनूं चंगा बना दिओ, मैनूं बस गुणां वाला कर दिओ, ये कहंदे आ। पर नाल एक शर्त रखदे आ, कहंदे तराश तां दिओ मेरी जिंदगी, पर तराशो मेरी मर्जी दे नाल, जो मैं चाहुंदा। हुण ये तां नहीं हो सकदा, गुरु महाराज कहंदे ने भी मैं तेरी जिंदगी तराश देंगा। गुरु महाराज ने कृपा कीती, रहमत कीती, साडा तन मन हरिया करन वास्ते गुरबाणी दी बख्शिश कीती, साडी झोली गुरबाणी नाल भरी। और गुरु महाराज कहंदे जिंदगी तेरी मैं तराश देंगा, पर मर्जी मेरी चलू। गुरु महाराज कहंदे मेरी मर्जी मुताबक चलना पऊ। असीं कहंदे गुरु महाराज जिंदगी साडी तराश दिओ, पर मर्जी साडी। हुण मर्जी किवें? असीं अपने घरां दे विच गरुड़ पुराण भला कढिआ, ये आपां देखना कहना हाँ ये की गल कहती मनदीप ने गरुड़ पुराण कढिआ। गरुड़ पुराण दा मतलब आ जदों कोई बजुर्ग चढ़ाई कर जे जां कोई होर चढ़ाई कर जांदा है, कि असीं भांडे बिस्तरे नहीं दिंदे? दिंदे आ ना। असीं कहंदे नहीं धर्म चल कोई नहीं भांडे चल कोई दो भांडियां नाल बिस्तरे नाल की फर्क पैंदा है, की फर्क पैंदा है? क्यों बई अगों पिछों भांडे बिस्तरे नहीं दिते जा सकते जदों किते लोड़ है? ये सब कुछ गरुड़ पुराण दे विच लिखिआ है। असीं गुरु महाराज ने तो क्या बस अरदास हो गई, बेनती हो गई, बस ठीक आ। असीं किते असीं समझिआ उन्हां गल्लां नूं? श्राद्ध असीं करदे आ, भांडे बिस्तरे असीं दिंदे आ, ਜਿਹੜੇ ਜਿਹੜੇ ਕੰਮ गुरु महाराज ने वर्जित कीते आ वो सारे काम असीं करदे आ। फिर असीं कहंदे गुरु महाराज मेरी जिंदगी तराश दिओ। हुण गुरु महाराज कहंदे तराशा किवें? की कहां मैं तैनूं? तू ते ना कि धर्म दी आड़ च भरम कमाई जा रहा है, भरमां वाले पासे तू पिया होया है, इधरों तू निकलदा नहीं पिया। ते गुरु महाराज जदों ये गल समझाउंदे ने, वो कहंदे ने भी बंदिया पहलों भरम छड्ड, पहलों जिहड़े समझौते कीते इन्हां चीज़ां नाल आपां नूं डर लगदा ना, जे आपां ये काम ना कीता ते की हो जाऊगा। हुण गुरु महाराज दा प्रकाश ही घर लैके आउणा होवे ना, गुरुद्वारे वाले बेचारे लख हत्थ जोड़न भी भाई रुमाला ना दिओ। गुरु घर दे विच गुरुद्वारे च बड़े रुमाले पए आ, तुसीं रुमाला ना दिओ। असीं जिद करके रुमाला देने, नहीं 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 इंज किवें? गुरु महाराज आए रुमाला तां देना ही आ ना, ये तो देना ही होया। आपां कहंदे ना इंज भी उत्थे जाके पुछो किसी होर चीज़ दी लोड़ आ ओह दे दिओ, नहीं तां किसी लोड़वंद दा तन ढक दिओ। असीं नहीं वो सुणदे। असीं धर्म दी आड़ दे विच भरम कमाउणा सिख चुके, असीं ओहनूं छड्डदे नहीं। असीं समझौतिआं नूं गल वाले समझौते ही आ, होर की है। इसे चीज़ नूं महाराज ने आख्या भादों भरम भुल्ली पर जोबन पछताणी। सच्चे पातशाह आखदे ने भादों दे महीने दे विच मौसम बड़ा ही भुलेखे वाला हुंदा है। भुलेखे वाला मौसम किवें? पहला मौसम आपां पढ़िआ सी बसंत दा, दूसरा मौसम आ गया गर्मी दा ग्रीखम, ये तीसरा जिहड़ा मौसम रुत आई आ
ये बरसात दी आई आ। इस महीने दे विच कदी बदल आ जांदा है, आपां नूं इस तरह लगदा है कि जिवें ना हुणे ही मींह पै जाएगा, हुणे बारिश होएगी, पर हवा चलदी है, हवा बदलां नूं उड़ा के लै जांदी है, बारिश हुंदी कोई नहीं, असीं देखदे ही रह जांदे। भरम ही है ना, भरम पिया सी भी मींह आएगा, पर मींह आया कोई नहीं। हुण बदल होए ने, लगदा है इहो कुछ होऊगा, एकदम धुप निकल आंदी, भरम ही आ, जो दिस रहा है वो है नहीं, ते जो हैगा है वो हुंदा नहीं, इहो ही तो भरम है। इहो ही महाराज ने आख्या वा भी जो असीं सोचिया है वो हुंदा नहीं, ते जो नहीं सोचिया, कई बारी धुप चंगी निकली, बहुत धुप निकली हुंदी, एकदम बदल आंदा, एक सकिंट दे विच किन्ना सारा मींह पै जांदा, वो सारे पासे इस तरह दा ही वो मींह हो जांदा। ये अक्सर भादरों दे महीने च हुंदा है। ये किन्ना भुलेखियां वाला ते भरमां वाला जिहड़ा मौसम है, ये वो महीना है। जो असीं सोचदे आ वो वापरदा नहीं, ते जो वापर जांदा है वो असीं सोचिया ही नहीं हुंदा। ये जिहड़े, क्योंकि असीं कुछ होर सोचिया हुंदा है, नर चाहत कछ औरे की औरे पई, चितवत रहे उठ गौर, नानक फांसी गल परी। हुण चितवदे ते असीं ये भी ठगी कर लईए किसी दे नाल, ठगी करांगे ते चंगा हो जाओ, ठगी करके किसी नूं लुट लियाईए, ठगी मार लीए, पर हुंदा की आ, पै जांदे आपां तकलीफ दे विच। ते इस करके महाराज आखदे भादों भरम भुल्ली, ये जिंद भुलेखियां दे विच पई होई आ, झूठ नूं जी रही आ, ते झूठ दे विचों ही स्वाद लै रही है, झूठ दे विचों इहो जिहा स्वाद लै रही आ, ये समझदी आ भी सारा कुछ इहो ही सच आ, इहदे तो बगैर होर कोई सच है नहीं आ। ते जे कोई सच दी गल समझाउंदा है, इहनूं बड़ा दुखदाई लगदा है। फिर कहंदी आ भर जोबन पछताणी, भाव जवानी भी आ, सवप्पण भी आ, अंदर कुछ चंगा करन दी ताकत भी आ। देखो जवानी च कितनी ताकत होंदी, जदों आपां 25-26 साल दे होंदे, बहुत ताकत होंदी, अंदर कुछ किसी वास्ते चंगा करन दी ताकत भी हैगी आ, सवप्पण भी बहुत आ, आत्मक सुंदर सब कुछ हैगा वा, पर कीता कुछ नहीं, कीता कुछ नहीं। समा अपना इंज ही लंघा लिया, भरमां च पिया ने समा लंघा लिया, ते जदों लंघ गया समा, फिर पता लगा भी कमाउणी सी गुरमत, कमा लई मनमत, कमाउणा सी धर्म ते कमा लिया भरम, बनना सी धर्मी बन गए अधर्मी, ते बन गए असीं भरमी, कमाउणा सी सच कमा लिया झूठ। फिर असीं कहने ओहो ये की हो गया, फिर असीं इंज ही करदे हो की हो गया, समा लंघ गया, फिर बुढ़ेपा आ गया, कुछ हुंदा है नहीं, फिर खिंचदे आ। महाराज अगे आखदे जल थल नीर भरे, जल भी सरोवर नाल भरे पे, जेडे सरोवर जेडे ने जल दे नाल भरे पे ने, ते धरती जिहड़ी है ओहदे ते भी जदों बारिश पैंदी पानी पानी हो जांदा है, धरती भी शीतल ठंडी ठार हो जांदी है। बरस रुतै रंग माणी, ते ये जिंद जे चाहुंदी ना उस वेले, जिस वेले ठंड सी, जिस वेले शीतल दियां बूंदां पईयां सी, उस वेले ये ठंडक दा जिहड़ा स्वाद आ वो मान सकदी सी, उस वेले ये ठंड दा आनंद मान सकदी सी, चंगे गुणां दे नाल अपने हिरदे नूं नका नक भर सकदी सी। जवानी दे वेले चंगे गुण कमाउण दा समां सी, उस वेले नका नक अपने आप नूं गुणां नाल भरिया जा सकदा सी, पर कीता की बरसे निस काली क्यों सुख वाली, कालियां घटावां भी छाइयां, बदल भी आए ते सावन दी बारिश भी पई, पर पता ही ना लगा भी सुख काहदे विच है, ये समझ ही ना लगी भी सुख किहदे विच है, क्योंकि ये जिहड़ा मौसम सी ये चोण करन दा मौसम सी, ये मौसम चॉइस करन दा मौसम सी। चॉइस की करनी सी, दादर मोर लवंते, जदों बारिश पई ते दादर दा मतलब डड्डू, जेडे डड्डू सी मोर सी, वो गड़ै गड़ै करदे, मोर ची ची करदे, अपनी भाषा दे विच नचदे आ, खुश हुंदे आ, पर जिहड़ा जिंद जीव इस्त्री दा दिल है ना वो धड़कदा है। क्यों धड़कदा है? क्योंकि जीव इस्त्री असीं कुदरत तो दूर हो गए हैं, असीं क्रिएचर नालों सांझ तोड़ लई आ, इस करके जिस वेले घटावां कई बारी कालियां छाउंदियां ना ते दिल डरदा, आखदे ने प्रियो प्रियो चवे बबीहा बोले, बबीहा भी खुश, डड्डू भी खुश, मोर भी खुश, बबीहा भी खुश,
पर चॉइस पता की करनी आ, ये भी सुन लो, कादी चोण करनी है? चोण करनी आ भयंगम फिरे डसंते, सप भी इसे रुत च निकलदे। जहरीले नाग जिहड़े ने ना, सप ने, वो भी जदों उन्हां दी खुड्डां दे विच पानी जांदा है, उन्हां नूं अंदर हुमस हुंदा है, वो भी इसे रुत दे विच बाहर निकलदे ने। एक ते मन नूं विकारां दे नाग ने उन्हां डसिया, विकारां दे नाग दिन रात मन नूं डसदे ने। हुण इत्थे आके असली गल पता लगू, भरम की आ, धर्म की आ, सिद्धांत की आ, समझौता की है। एक पासे ये जिहड़ा महीना है बड़ी सुचेतता मंगदा है। बाहरला महीना जदों आपां देखदे आ ना, कि एक पासे खुशी आ, मोर आ, डड्डू आ, बबीए आ, दूसरे पासे सप्पां दा भी डर आ, किते सप ना डंग मार लवे, इस चीज का भी डर लगता है। एक ते अंदर वकारां दा औगणा दे नाग आ, ਜਿਹੜੇ अंदर बैठे फन खनाल के बैठे आ, ते दूसरा जदों आसे पासे वेखदे आ, असली फुल्लां दी जगह ते कागज दे फुल खिड़े। समझो इस गल, कागज दे फुल खिड़े, दिन रात कागज दे फुल, रातों रात जिन्ने मर्जी जमा कर लो। असली फुल खड़ाने होण ते माली नूं पुछ के देखो किन्ना समा लगदा है। कागज दे फुल रातों रात किन्ने पैदा हो जांदे, ते ओ जिहड़े कागज दे फुल ने, वो फिर समझौते करके अपनियां मन मर्जियां वालियां मनमत्तां करदे ने। जिहड़ा अरदास च लिखिया है ना, पंजां तख्तां अते सरबत गुरुद्वारियां दा ध्यान धर के खालसा जी बोलो जी वाहिगुरु। इहदा मतलब आ बिल्डिंग दा नहीं ध्यान करना, बिल्डिंग दा ध्यान करने लई थोड़ी आख्या। इहदा मतलब आ पंजां तख्तां ते समूह गुरुद्वारियां च जिहड़े मेरे लागे शागे गुरुद्वारे ने, मेरे पवित्र धर्म स्थान ने, उन्हां दे उत्ते कोई मनमत ते नहीं हो रही, उन्हां दे उत्ते कोई समझौते ते नहीं चल रहे, उन्हां दे उत्ते कोई गलत काम ते नहीं हो रहे। ये मतलब है इस चीज का। उन्हां दे उत्ते किते कागज दे फुल जिहड़े ने वो ते नहीं मंडराउंदे फिर रहे। इस चीज नूं जिहड़ा वो समझना है। ये चीज एक पासे विकारां नाल अपना मन जिहड़ा है विकारां दे नाग डसदे ने, ते दूसरे पासे जिहड़ा आला दुआला है, आले दुआले दे विच मच्छर डंग सायर भर सुपर, जिहड़े मच्छर ने वो भी डंगदे ने। मच्छरां दा जिहड़ा वीर जी कोई शायद अनम्यूट ने, वो म्यूट कर लो प्लीज। मच्छरां दा जिहड़ा डंग है, जे असीं अंदर सोईए इस महीने दे विच तां गर्मी लगदी है, बाहर सौंदे आ तां बाहर की आ मच्छरां दे डंग तो जहरीले मच्छर ने, उन्हां तो डर लगदा है। इसलिए आला दुआला साफ करना, चोण करनी। क्यों चोण करनी? सच दी, गुरु दे सिख जो होए। सिख दा मतलब आ, सिख दा काम है कि सिख चोण करे। जे असीं सिख खवाउने आ, असीं आले दुआले अपने देखिए, जिथे अपना आत्मक जीवन सुधारना है, जिथे आत्मक जीवन वाले पासे ध्यान मारना है, उत्थे आले दुआले भी देखना किते मच्छर ते नहीं डंग मारदे फिरदे। ये इस महीने तो समझना है। ये महीना सुचेतता मंगदा है, इनू आपां समझिए। सो अगे आखदे ने, बिन हर क्यों सुख पाइए, हे मेरे प्यारे प्रीतम जी, मैं तेरे तो बिना किवें सुखी होवां? मैं तो समझिया ही कुछ नहीं, मैनू पता ही कोई नहीं लगा, अकल ही कोई नहीं आ गई। अगे आखदे नानक पूछ चलो गुरे अपने, फिर मैं अपने गुरु नू पुछया, अपने गुरु नू बेनती कीती, ते गुरु नू जदों बेनती कीती, गुरु ने मैनू मेरी बेनती प्रवान करके गुरु मेरा राह दसेरा बनिया। ते जय प्रभ तैही जाइए, गुरु ने मैनू राह दस्या भी बच्चिया इस राह दे उत्ते चल। जदों इस राह दे उत्ते चलेगा, इस राह ते चलदियां तेरा भी भला होएगा, ते तेरी कौम दा, तेरे आसे पासे दा, सारियां दा भला होएगा। क्योंकि गुरु ने मैनू बांह फड़ के दस्या, भूलै मार्ग जिने बताया, ऐसा गुर वड भागी पाया। ते जदों मैं ये गल समझी, फिर माज राग दे विच जिस वेले मैं खोल के देखा, भादों भरम भुलाणिया दूजे लगा हेत, जिन्ना चिर जीव इस्त्री दा भुलेखा नहीं ना टुटदा, जिन्ना चिर भरम नहीं टुटदे उन्ना चिर सच्चाई दे दर्शन नहीं जे हो सकदे। भरम टुटणगे ते सच्चाई दे दर्शन होणगे, क्योंकि धर्म जिहड़ा वा वो सच है। भरम चों निकलांगे ते धर्म दे दर्शन होणगे, भुलेखे टुटणगे ते सच दे दर्शन होणगे। असीं तां दूजे लगा
ਹੇਤ ਅਕਾਲ ਪੁਰਖ ਨਾਲ ਟੁੱਟ ਕੇ ਅਸੀਂ ਜੁੜ ਗਏ ਧੋਖਿਆਂ ਦੇ ਨਾਲ, ਅਸੀਂ ਜੁੜ ਗਏ ਵਹਿਮਾਂ ਦੇ ਨਾਲ, ਅਸੀਂ ਜੁੜ ਗਏ ਭਰਮਾਂ ਦੇ ਨਾਲ, ਅਸੀਂ ਜੁੜ ਗਏ ਝੂਠ ਤੇ ਛਲਾਵਿਆਂ ਦੇ ਨਾਲ। ਸਾਨੂੰ ਇਹ ਸਭ ਕੁਝ ਚੰਗਾ ਲੱਗਣ ਲੱਗ ਪਿਆ ਤੇ ਅਸੀਂ ਕੀ ਕਰਨ ਲੱਗ ਪਏ? ਲੱਖ ਸਿੰਗਾਰ ਬਣਾਇਆ ਕਾਰਜ ਨਾਹੀ ਕੇਤ। ਜੇ ਸਾਡਾ ਹੇਤ ਦੂਜੇ ਪਿਆਰ ਦੇ ਵਿੱਚ, ਇਹਨਾਂ ਵਿਕਾਰਾਂ ਦੇ ਵਿੱਚ ਲੱਗ ਗਿਆ ਤਾਂ ਬਾਹਰੋਂ ਭਾਵੇਂ ਅਸੀਂ ਰਸਮਾਂ ਰੀਤਾਂ ਦੇ ਜਿੰਨੇ ਮਰਜ਼ੀ ਨੱਕ ਨਮੂਜ ਨਿਭਾ ਲਈਏ, ਜਿੰਨੀਆਂ ਮਰਜ਼ੀ ਰਸਮਾਂ ਰੀਤਾਂ ਕਰ ਲਈਏ, ਜਿੰਨੇ ਮਰਜ਼ੀ ਅਸੀਂ ਬਾਹਰੋਂ ਦਿਖਾਵੇ ਕਰ ਲਈਏ, ਇਹਦਾ ਕੋਈ ਫਾਇਦਾ ਨਹੀਂ। ਕਿਉਂਕਿ ਜਿਤ ਦਿਨ ਦੇ ਬਿਨ ਸਸੀ ਤੇ ਤਵੇਲੇ ਕਹਿਸਨ ਪ੍ਰੇਤ। ਵੈਸੇ ਤੇ ਪ੍ਰੇਤ ਦਾ ਮਤਲਬ ਹੁੰਦਾ ਗਿਆ ਗੁਜ਼ਰਿਆ, ਜਿਹੜਾ ਕਿਸੇ ਦੇ ਕੰਮ ਨਾ ਆ ਸਕੇ। ਇੱਥੇ ਪ੍ਰੇਤ ਦਾ ਮਤਲਬ ਆ ਮੁਰਦਾ। ਜਿਸ ਵੇਲੇ ਬੰਦਾ ਮਰ ਜਾਂਦਾ ਏ, ਸਾਰੇ ਆਖਦੇ ਨੇ ਮਰ ਗਿਆ ਮਰ ਗਿਆ ਮਰ ਗਿਆ। ਕੋਈ ਪੁੱਛਦਾ ਭਾਈ ਉਹੋ ਹੀ ਅੱਖਾਂ, ਕੰਨ, ਨੱਕ, ਹੱਥ, ਪੈਰ ਸਭ ਕੁਝ ਤੇ ਉਹੀ ਆ। ਤੇ ਜਿਹੜਾ ਸਿਆਣਾ ਬੰਦਾ ਨਾ ਜਵਾਬ ਦਿੰਦਾ, ਕਹਿੰਦਾ ਭਲਿਆ ਭਾਵੇਂ ਸਭ ਕੁਝ ਇਹ ਆ ਪਰ ਬਲੱਡ ਸਰਕੂਲੇਸ਼ਨ ਤਾਂ ਨਹੀਂ ਨਾ ਚੱਲਦਾ, ਬਲੱਡ ਸਰਕਲ ਤਾਂ ਨਹੀਂ ਨਾ ਚੱਲ ਰਿਹਾ, ਅੰਦਰ ਕੋਈ ਬੰਦਾ ਕਿਰਿਆ ਤਾਂ ਨਹੀਂ ਨਾ ਕਰ ਲਿਆ। ਇਸ ਕਰਕੇ ਇਹ ਮੁਰਦਾ ਭਾਵ ਬਾਹਰੋਂ ਜਿੰਨੇ ਮਰਜ਼ੀ ਰਸਮਾਂ ਦੇ ਤੇ ਰੀਤਾਂ ਰਿਵਾਜਾਂ ਦੇ ਨੱਕ ਨਮੂਜ ਨਿਭਾ ਲਈਏ, ਜੋ ਮਰਜ਼ੀ ਕਰ ਲਈਏ ਬਾਹਰਲਾ ਦਿਖਾਵਾ, ਜੇ ਅੰਦਰ ਗੁਰਸਿੱਖੀ ਨਹੀਂ ਨਾ ਹੈਗੀ, ਜੇ ਅੰਦਰ ਗੁਰਸਿੱਖੀ ਵਾਲਾ ਜੀਵਨ ਨਹੀਂ ਨਾ ਹੈਗਾ, ਕਿਸੇ ਦੇ ਦੁੱਖ ਸੁੱਖ ਦੀ ਫੀਲਿੰਗ ਨਹੀਂ ਨਾ ਹੈਗੀ, ਫਿਰ ਅਸੀਂ ਮਰੇ ਹੀ ਆ, ਫਿਰ ਅਸੀਂ ਪ੍ਰੇਤ ਹੀ ਆ। ਆਪਣੀ ਤੁਲਨਾ ਫਿਰ ਮਰਿਆਂ ਦੇ ਨਾਲ ਹੀ ਕਰੀਏ। ਅੱਗੇ ਆਖਦੇ ਨੇ ਪਕੜ ਚਲਾਇਨ ਦੂਤ ਜਮ ਕਿਸੇ ਨਾ ਦੇਣੀ ਭੇਤ। ਜਿਸ ਵੇਲੇ ਜਮਦੂਤ ਲੈ ਕੇ ਜਾਂਦੇ ਨਾ, ਕੋਈ ਆਖਦਾ ਇਹਨੇ ਵੈਤਰਨੀ ਨਦੀ ਪਾਰ ਕਰਨੀ ਆ ਜਿਹੜੀ ਲਹੂ ਤੇ ਮਿੱਝ ਨਾ ਭਿੱਜੀ ਆ, ਗਾਂ ਦਾਨ ਕਰੋਗੇ ਫੇਰ ਨਦੀ ਉਹਦੀ ਪੂਛ ਫੜ ਕੇ ਪਾਰ ਹੋਊਗੀ। ਕੋਈ ਆਖਦਾ 86,000 ਯੋਜਨ ਦਾ ਸਫ਼ਰ ਤੈਅ ਕਰਨਾ ਫੇਰ ਅੱਗੇ ਲੰਘਣਾ। ਪਰ ਮਹਾਰਾਜ ਆਖਦੇ ਭੇਤ ਕਿਸੇ ਨੂੰ ਨਹੀਂ ਹੈਗਾ, ਕਿਸੇ ਨੂੰ ਨਹੀਂ ਪਤਾ। ਤੇ ਸਾਨੂੰ ਜਿਹੜੇ ਇਹਦਾ ਭਾਵ ਆ, ਜਿਹੜੇ ਜਮਦੂਤ ਵਿਕਾਰਾਂ ਦੇ ਜੰਮ, ਲੋਭ ਦੇ ਜੰਮ, ਜਿਹੜੇ ਕਾਮ ਕ੍ਰੋਧ ਦੇ ਜੰਮ, ਇਹ ਜਦੋਂ ਸਾਨੂੰ ਡੰਡੇ ਮਾਰਦੇ ਨੇ, ਧੂ ਧੂ ਕੇ ਕਿਹੜੇ ਪਾਸੇ ਲੈ ਜਾਂਦੇ ਆ। ਅਸੀਂ ਨਿਤ ਦਿਨ ਆਤਮਕ ਮੌਤੇ ਮਰ ਰਹੇ ਆ, ਪਤਾ ਨਹੀਂ ਲੱਗ ਰਿਹਾ। ਛੱਡ ਖੜੋਤੇ ਖਿਨ ਮੈਂ ਜਿਨ ਸਿਓ ਲੱਗਾ ਹੇਤ। ਜਿਵੇਂ ਮ੍ਰਿਤਕ ਬੰਦੇ ਦੇ ਨਾਲ ਅਸੀਂ ਕਿੰਨਾ ਕੁ ਸਾਥ ਨਿਭਾਉਂਦੇ ਆ, ਜ਼ਿਆਦਾ ਤੋਂ ਜ਼ਿਆਦਾ ਸ਼ਮਸ਼ਾਨ ਘਾਟ ਤੱਕ, ਉੱਥੋਂ ਤੱਕ ਜਾਂਦੇ ਆ। ਉਸੇ ਤਰ੍ਹਾਂ ਜਿਹੜੇ ਵਿਕਾਰਾਂ ਦੇ ਜਮਦੂਤ ਨੇ, ਇਹ ਜੰਮ ਨੇ, ਇਹ ਪਹਿਲੋਂ ਮਾੜਾ ਕੰਮ ਕਰਾ ਰਹਿੰਦੇ ਨੇ, ਬਾਅਦ ਵਿੱਚ ਜਦੋਂ ਸਜ਼ਾ ਹੁੰਦੀ ਆ ਫਿਰ ਸਜ਼ਾ ਕਿਹਨੂੰ ਭੁਗਤਣੀ ਪੈਂਦੀ ਆ? ਸਜ਼ਾ ਸਾਨੂੰ ਭੁਗਤਣੀ ਪੈਂਦੀ। ਕਦੀ ਵਿਕਾਰਾਂ ਨੂੰ ਸਜ਼ਾ ਹੋਈ? ਕਦੀ ਕਿਸੇ ਨੇ ਆਖਿਆ ਲਿਆਓ ਇਹਦੇ ਕ੍ਰੋਧ ਨੂੰ ਫੜ ਕੇ, ਜਿਹਨੇ ਇਹਦੇ ਕੋਲੋਂ ਗਲਤ ਕੰਮ ਕਰਾਇਆ ਇਹਦੇ ਕ੍ਰੋਧ ਨੂੰ ਮਾਰੀਏ? ਨਾ ਨਾ, ਸਜ਼ਾ ਉਹਨੂੰ ਹੀ ਹੁੰਦੀ ਜਿਹਨੇ ਕੀਤਾ ਹੁੰਦਾ। ਪਹਿਲੇ ਜਿਹੜੇ ਵਿਕਾਰਾਂ ਦੇ ਜਮਦੂਤ ਹੈ ਕੰਮ ਗਲਤ ਕਰਾ ਲੈਂਦੇ ਨੇ, ਫਿਰ ਸਜ਼ਾ ਭੁਗਤਣੀ ਸਾਨੂੰ ਪੈਂਦੀ ਆ। ਫਿਰ ਆਪਾਂ ਕਹਿੰਦੇ ਹੋ ਇਹ ਅਸੀਂ ਕੀ ਕਰ ਬੈਠੇ, ਫਿਰ ਪੱਲੇ ਪਛਤਾਵਾ ਰਹਿੰਦਾ। ਤਾਂ ਹੀ ਗੁਰੂ ਨਾਨਕ ਪਾਤਸ਼ਾਹ ਨੇ ਆਖਿਆ ਮਿੱਤਰ ਉਹ ਬਣਾ ਜਿਹੜੇ ਸਦਾ ਤੇਰੇ ਨਾਲ ਚੱਲਣ। ਸੱਚੇ ਪਾਤਸ਼ਾਹ ਫਰਮਾਇਆ ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀ ਹੈ ਤਿੱਥੇ ਖੜੇ ਦਸਨ। ਜਿਹੜਾ ਸੱਚਾ ਬੰਦਾ ਹੈ ਉਹਨੂੰ ਜਿੱਥੇ ਮਰਜ਼ੀ ਖੜਿਆ ਲੋ, ਸੱਚ ਨੇ ਸਦਾ ਨਾਲ ਸੱਚ ਹੀ ਰਹਿਣਾ। ਇਸ ਕਰਕੇ ਹੱਥ ਮਰੋੜੇ ਤਨ ਕਪੇ ਸਿਆਹ ਹੋਵਾ ਸੇਤ। ਤੇ ਫਿਰ ਕੀ ਹੁੰਦਾ ਜਦੋਂ ਬੁਢਾਪਾ ਆਉਂਦਾ? ਹੱਥ ਕੰਬਦੇ ਆ, ਤਨ ਕੰਬਦਾ, ਹੱਥ ਮੁੜ ਜਾਂਦੇ ਆ, ਕੰਮ ਨਹੀਂ ਕਰਦੇ। ਤੇ ਜਿਹੜੇ ਵਾਲ ਆ ਉਹ ਕਾਲੇ ਤੋਂ ਚਿੱਟੇ ਹੋ ਜਾਂਦੇ। ਉਹ ਵੱਖਰੀ ਗੱਲ, ਅਸੀਂ ਚਿੱਟੇ ਹੋਣ ਨਹੀਂ ਦਿੰਦੇ, ਉਹ ਇੱਕ ਅਲੱਗ ਮੈਟਰ ਹੈ। ਜਿਹੜੇ ਵਾਲ ਆ ਉਹ ਚਿੱਟੇ ਹੋ ਜਾਂਦੇ ਆ, ਫਿਰ ਬੰਦਾ ਕਹਿੰਦਾ ਮੈਂ ਕੀਤਾ ਕੁਛ ਨਹੀਂ, ਫਿਰ ਆਪਣੇ ਕੀਤੇ ਤੇ ਪਛਤਾਉਂਦੇ ਆ। ਭਾਵ ਜਦੋਂ ਆਪਣੇ ਵਿਕਾਰਾਂ ਦਾ ਚੇਤਾ ਆਉਂਦਾ ਹੈ, ਜਦੋਂ ਸਜ਼ਾ ਮਿਲਦੀ ਆ, ਫਿਰ ਪਛਤਾਵੇ ਵਿੱਚ ਅਸੀਂ ਹੱਥ ਮਲਦੇ ਆ। ਹੱਥ ਮਰੋੜੇ, ਹੱਥ ਮਲਦੇ ਰਹਿ ਜਾਂਦੇ ਆ। ਤਨ ਕਪੇ, ਫਿਰ ਦਿਲ ਡਰਦਾ ਏ, ਤਨ ਕੰਬਦਾ ਏ। ਸਿਆਹ ਹੋਵਾ ਸੇਤ, ਫਿਰ ਜਿਹੜਾ ਰੰਗ ਆ ਮੁਰਦੇ ਵਾਂਗੂ ਪੀਲਾ ਪੈ ਜਾਂਦਾ, ਚਿੱਟਾ ਹੋ ਜਾਂਦਾ। ਹੋ ਮੈਂ ਕਿਸੇ ਨੂੰ ਕੀ ਮੂੰਹ ਦਿਖਾਵਾਂਗਾ? ਫਿਰ ਇਹ ਹਾਲਤ ਜਿਹੜੀ ਆ ਹੋ ਜਾਂਦੀ, ਮੈਂ ਮੂੰਹ ਕੀ ਦਿਖਾਵਾਂਗਾ। ਅੱਗੇ ਆਖਦੇ ਜਿਹਾ ਬੀਜੇ ਸੋ ਲੁਣੇ ਕਰਮਾ ਸੰਦੜਾ ਖੇਤ। ਹੁਣ ਪਛਤਾਵਾ ਕਰਨ ਦਾ ਕੀ ਫਾਇਦਾ? ਕਿਉਂਕਿ ਇਸ ਹਿਰਦੇ ਦੀ ਧਰਤੀ 'ਚ ਜੋ ਪਾਇਆ ਸੀ ਸੋਈ ਉੱਗ ਕੇ ਬਾਹਰ ਆਇਆ। ਇਹ ਗੱਲ ਮਹਾਰਾਜ ਨੇ ਸਮਝਾਈ ਆ, ਜੋ ਪਾਵੇ ਭਾਂਡੇ ਵਿੱਚ ਵਸਤ ਸਾ ਨਿਕਲੇ। ਜੋ ਆਪਾਂ ਭਾਂਡੇ ਦੇ ਵਿੱਚ ਵਸਤੂ ਪਾਈ ਆ ਨਾ, ਜੇ ਦੁੱਧ ਪਾਇਆ ਤੇ ਦੁੱਧ ਹੀ ਨਿਕਲਣਾ। ਜੇ ਆਪਾਂ ਭਾਂਡੇ ਦੇ ਵਿੱਚ ਪਾਣੀ ਪਾ ਦਈਏ, ਸਬਜ਼ੀ ਪਾ ਦਈਏ, ਜੋ ਆਪਾਂ ਬਰਤਨ 'ਚ ਪਾਇਆ ਉਹੀ ਨਿਕਲਣਾ ਨਾ। ਜੋ ਪਾਵੇ ਭਾਂਡੇ ਵਿੱਚ ਵਸਤ ਸਾ ਨਿਕਲੇ। ਹੁਣ ਜੋ ਚੀਜ਼ ਅਸੀਂ ਅੰਦਰ ਪਾਈ ਆ,
ਉਹ ਹੀ ਬਾਹਰ ਨਿਕਲਣੀ। ਜੋ ਬੀਜਾਂਗੇ ਉਹ ਉੱਗੇਗਾ। ਹੁਣ ਆਪਾਂ ਘਰ ਬਣਾਉਂਦੇ ਆ, ਟੈਂਕੀ ਬਣਾਉਂਦੇ ਉੱਪਰ ਪਾਣੀ ਵਾਲੀ। ਹੁਣ ਉਹ ਟੈਂਕੀ 'ਚ ਜੇ ਪਾਣੀ ਆ, ਅੱਗੇ ਆਪਾਂ ਕਨੈਕਸ਼ਨ ਦਿੰਦੇ ਆ, ਹੁਣ ਉਹ ਟੈਂਕੀ 'ਚ ਜੇ ਪਾਣੀ ਆ ਤੇ ਸਾਰੇ ਪਾਸੇ ਪਾਣੀ ਆਊਗਾ। ਜੇ ਉਸ ਪਾਣੀ ਦੀ ਜਗ੍ਹਾ ਆਪਾਂ ਦੁੱਧ ਭਰ ਦਈਏ, ਸਾਰੀਆਂ ਟੂਟੀਆਂ 'ਚ ਦੁੱਧ ਆਉਣਾ ਸ਼ੁਰੂ ਹੋ ਜਾਊਗਾ। ਜੋ ਭਰਿਆ ਸੋ ਹੀ ਆਊਗਾ, ਜੋ ਭਾਂਡੇ 'ਚ ਪਾਇਆ ਸੋ ਹੀ ਨਿਕਲਣਾ। ਇਹ ਮਤ ਸੋਚੀਏ ਵੀ ਮੈਂ ਪਾਵਾਂ ਹੋਰ ਨਿਕਲੂ ਹੋਰ। ਇਸ ਤਰ੍ਹਾਂ ਨਹੀਂ ਅੱਜ ਉਸ ਬੀਜ ਫੁੱਟ ਪਵੇ, ਕੱਲ ਨੂੰ ਉਹ ਬੀਜ ਉੱਗ ਜਾਵੇ, 5 ਸਾਲਾਂ ਨੂੰ, 10 ਨੂੰ, 20 ਨੂੰ। ਕਿਉਂਕਿ ਜਿਹੜਾ ਬੀਜ ਅਸੀਂ ਅੰਦਰ ਪਾਇਆ ਹੈ ਨਾ, ਕਈ ਬੀਜ ਜਲਦੀ ਉੱਗ ਪੈਂਦੇ ਨੇ, ਕਈ ਜਿਹੜੇ ਬੀਜ ਨੇ ਉਹ 5, 10, 20 ਸਾਲ ਵੀ ਲਾ ਦਿੰਦੇ ਨੇ, ਪਰ ਉੱਗਣਗੇ ਜ਼ਰੂਰ। ਇਹ ਨਹੀਂ ਸੋਚਣਾ ਵੀ ਮੈਂ ਪਾਵਾਂ ਕੁਝ ਹੋਰ ਤੇ ਉੱਗੂਗਾ ਕੁਝ ਹੋਰ, ਕਿਉਂਕਿ ਜੋ ਅੰਦਰ ਪਾਇਆ ਜੈਸਾ ਬੀਜੇਗਾ ਬੀਜੇ ਸੋ ਲੁਣੇ, ਕਰਮਾ ਸੰਦੜਾ ਖੇਤ। ਮਹਾਰਾਜ ਨੇ ਜੋ ਕਹਿਤਾ ਉਹ ਅਲਾਈ ਫਰਮਾਨ ਤੇ ਦਰਗਾਹੀ ਹੁਕਮ ਆ, ਉਹਨੂੰ ਕੋਈ ਬਦਲ ਨਹੀਂ ਸਕਦਾ। ਕੋਈ ਕਿਤਾਬ ਨਹੀਂ ਆ ਵੀ ਕਵਿਤਾ ਪੜ੍ਹੀ ਜੋ ਭਾਵੇਂ ਭਾਂਡੇ ਵਿੱਚ ਵਸਤਸਾ ਨਿਕਲੇ, ਕਵਿਤਾ ਪੜ੍ਹੀ ਬਸ ਪੜ੍ਹ ਲਈ। ਇਹ ਤੋਂ ਲੋਕ ਜਾਣੇ ਗੀਤ ਹੈ, ਇਹ ਤੋਂ ਬ੍ਰਹਮ ਵਿਚਾਰ, ਇਹ ਤੇ ਬ੍ਰਹਮ ਵਿਚਾਰ ਆ। ਇਹ ਤੇ ਮਹਾਰਾਜ ਨੇ ਤੱਤ ਕੱਢ ਕੇ ਰੱਖ ਦਿੱਤੇ ਆ। ਅੱਗੇ ਆਖਿਆ ਜੋ ਹਿਰਦੇ ਦੀ ਧਰਤੀ ਨੇ ਆਪਣੇ ਅਸੂਲ ਨਹੀਂ ਜੇ ਬਦਲਨੇ, ਇਹ 'ਚ ਜੋ ਪਾਇਆ ਸੋ ਬਾਹਰ ਆਊਗਾ। ਤੇ ਫਿਰ ਹੋਊਗਾ ਕੀ? ਮਹਾਰਾਜ ਆ ਕੇ ਅਰਦਾਸ ਕਰੋ, ਫਿਰ ਬੇਨਤੀ ਨਾਲ ਜੁੜ ਗਏ। ਤੇ ਫਿਰ ਬੇਨਤੀ ਕੀ ਕੀਤੀ? ਨਾਨਕ ਪ੍ਰਭ ਸ਼ਰਨਾਗਤੀ, ਚਰਨ ਬੋਹਿਤ ਪ੍ਰਭ ਦੇਤ। ਇਹ ਸੱਚੇ ਪਾਤਸ਼ਾਹ ਜੀ ਤੇਰਿਆਂ ਚਰਨਾਂ ਦੇ ਵਿੱਚ, ਤੇਰੇ ਕੋਲ ਇੱਕ ਅਰਦਾਸ ਆ, ਤੇਰੇ ਅੱਗੇ ਬੇਨਤੀ ਆ ਵੀ ਗੁਰੂ ਜਹਾਜ਼ ਆ, ਇਹ ਜਹਾਜ਼ ਜਿਹੜਾ ਇਹ ਮੈਨੂੰ ਰੱਖ ਲੈ ਬਸ। ਇਹਦੇ ਵਿੱਚ ਮੈਂ ਤਰ ਜਾਵਾਂ, ਸੇ ਭਾਦੋਏ ਨਰਕ ਨਾ ਪਾਈਏ, ਗੁਰੂ ਰੱਖਣ ਵਾਲਾ ਹੇਤ। ਅਸੀਂ ਵੀ ਕਿਤੇ ਦੰਭੀਆਂ ਪਖੰਡੀਆਂ ਤੋਂ, ਮਹਾਰਾਜ ਸੱਚੇ ਪਾਤਸ਼ਾਹ ਕਿਤੇ ਇਹਨਾਂ ਸਿਧਾਂਤਾਂ ਨੂੰ ਛਿੱਕੇ ਟੰਗਣ ਵਾਲਿਆਂ ਤੋਂ, ਇਹਨਾਂ ਸਮਝੌਤਾ ਕਰਨ ਵਾਲਿਆਂ ਤੋਂ, ਇਹਨਾਂ ਭਰਮੀਆਂ ਤੋਂ ਸਾਨੂੰ ਵੀ ਬਚਾਣਾ। ਕਿਤੇ ਇਹ ਨਾ ਹੋਵੇ ਬਾਹਰ ਹੁੰਦੇ ਹੋਏ ਧਰਮ ਦੇ ਨਾਂ ਤੇ ਜਿਹੜੇ ਭਰਮ ਹੋ ਰਹੇ ਨੇ, ਇਹਨਾਂ ਭਰਮਾਂ ਨੂੰ ਦੇਖ ਕੇ ਅਸੀਂ ਵੀ ਇਹੋ ਜਿਹੇ ਬਣ ਜਾਈਏ, ਸਾਨੂੰ ਸਮਝ ਹੀ ਨਾ ਲੱਗੇ ਵੀ ਕੀ ਧਰਮ ਆ ਤੇ ਕੀ ਭਰਮ ਆ। ਸੱਚੇ ਪਾਤਸ਼ਾਹ ਜੇ ਇਸ ਮਹੀਨੇ ਦੀ ਵਿਚਾਰ ਦੇ ਵਿੱਚ ਤੁਸੀਂ ਜੋ ਬਖਸ਼ਿਸ਼ ਕੀਤਾ ਹੈ ਨਾ, ਉਹ ਬਸ ਸਾਡੇ ਦਿਲਾਂ 'ਚ ਵਸ ਗਏ। ਕਿਉਂਕਿ ਤੁਹਾਡਾ ਹੁਕਮ ਆ, ਇਹ ਬੇਨਤੀ ਨਹੀਂ ਆ, ਇਹ ਹੁਕਮ ਆ। ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਇਹ ਜਿਹੜਾ ਤੁਹਾਡਾ ਹੁਕਮ ਆ, ਮੈਂ ਸਵਾਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਜੋ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ, ਇਹਦੇ ਤੋਂ ਇਲਾਵਾ ਨਾ ਦੂਜਾ, ਨਾ ਤੀਜਾ, ਨਾ ਪੰਜਵਾਂ, ਨਾ ਸੱਤਵਾਂ, ਮੈਨੂੰ ਨਹੀਂ ਕੁਛ ਪਤਾ। ਇਹਦੇ ਤੇ ਮੈਨੂੰ ਚੱਲਣ ਦੀ ਸੋਝੀ ਦੇ ਦਿਓ, ਔਰ ਮੇਰਾ ਜਿਹੜਾ ਜੀਵਨ ਦਾ ਮਾਹੌਲ ਆ ਉਹ ਸੀਤਲਤਾ ਵਾਲਾ, ਉਹ ਚੰਗਾ ਸਾਵਣ ਦੇ ਮਹੀਨੇ ਵਾਲਾ ਬਣ ਜੇ। ਸੱਚੇ ਪਾਤਸ਼ਾਹ ਜੇ ਤਪਸ਼ ਦੇ ਵਿੱਚ ਅਰਦਾਸ ਕੀਤੀ ਸੀ, ਅਰਦਾਸ ਤੋਂ ਬਾਅਦ ਤੁਸੀਂ ਪੁਕਾਰ ਸੁਣ ਕੇ ਤੇ ਜੇ ਮੇਰੇ ਹਿਰਦੇ ਤੇ ਨਾਮ ਦੀਆਂ ਬੂੰਦਾਂ ਪਾਈਆਂ ਸੀ, ਉਹ ਨਾਮ ਦੀਆਂ ਬੂੰਦਾਂ ਹੀ ਸਦਾ ਪਈਆਂ ਰਹਿਣ। ਉਹਨਾਂ ਬੂੰਦਾਂ ਦੇ ਨਾਲ ਹੀ ਮੈਂ ਜੀਵਾਂ ਤੇ ਉਹਨਾਂ ਬੂੰਦਾਂ ਨਾਲ ਹੀ ਮੇਰਾ ਆਖਰੀ ਸਵਾਸ ਹੋਵੇ। ਮਹਾਰਾਜ ਮੇਰਾ ਜਿਹੜਾ ਜ਼ਿੰਦਗੀ ਆ ਉਹ ਸਾਵਣ ਦਾ ਮਹੀਨਾ ਬਣੇ ਤੇ ਜਾਂ ਬਸੰਤ ਦਾ ਮਹੀਨਾ ਬਣੇ। ਮੈਨੂੰ ਹੋਰ ਕੋਈ ਮਹੀਨਾ, ਕੋਈ ਗਰਮ, ਕੋਈ ਠੰਡਾ ਨਹੀਂ, ਮੈਨੂੰ ਇਹੀ ਬਣਾਉਣਾ ਸੱਚੇ ਪਾਤਸ਼ਾਹ। ਕਿਉਂਕਿ ਮੈਂ ਤੁਹਾਡੇ ਕੋਲੋਂ ਵੀ ਸਿੱਖ ਲਿਆ ਏ, ਨਾਨਕ ਪੂਛ ਚਲੋ ਗੁਰੇ ਆਪਣੇ, ਜੈ ਪ੍ਰਭ ਤਹੀਂ ਜਾਈਏ। ਉਸੇ ਮਾਰਗ ਤੇ ਚੱਲਦੇ ਹੋਏ ਅਸੀਂ ਇਹਨਾਂ ਸਾਰੀਆਂ ਗਲਤ ਗੱਲਾਂ ਤੋਂ, ਇਹਨਾਂ ਭੁਲੇਖਿਆਂ ਤੋਂ, ਇਹਨਾਂ ਭਰਮਾਂ ਤੋਂ ਦੂਰ ਰਹੀਏ। ਇਹਨਾਂ ਭਰਮਾਂ ਤੋਂ ਦੂਰ ਰਹਿੰਦੇ ਹੋਏ ਅਸੀਂ ਸਿੱਖ ਹੋਣ ਦੇ ਨਾਤੇ ਸਹੀ ਚੀਜ਼ ਦੀ ਚੋਣ ਕਰ ਸਕੀਏ, ਸਹੀ ਪਾਸੇ ਤੁਰ ਸਕੀਏ, ਵੇਖ ਸਕੀਏ। ਗੁਰਧਾਮ ਸਾਡੇ, ਗੁਰਦੁਆਰੇ ਆਪਣੇ, ਹਰ ਜਗ੍ਹਾ ਆਪਣੀ। ਅਸੀਂ ਸਿੱਖ ਹੋਣ ਦੇ ਨਾਤੇ ਅਸੀਂ ਦੇਖੀਏ ਕਿਸੇ ਪਾਸੇ ਕੋਈ ਮਨਮਤ ਤੇ ਨਹੀਂ ਚੱਲਦੀ। ਜੇ ਮਨਮਤ ਹੋ ਰਹੀ ਆ, ਉਸ ਮਨਮਤ ਨੂੰ ਰੋਕਣ ਦੀ ਕੋਸ਼ਿਸ਼ ਕਰੀਏ, ਇਹਨਾਂ ਭਰਮਾਂ ਚੋਂ ਨਿਕਲੀਏ, ਧਰਮੀਆਂ ਵਾਲਾ ਜੀਵਨ ਅਪਣਾਈਏ, ਨਾਮੀਆਂ ਵਾਲਾ ਜੀਵਨ ਅਪਣਾਈਏ। ਇੰਨੀਆਂ ਬੇਨਤੀਆਂ ਪ੍ਰਵਾਨ, ਬਹੁਤ ਭੁੱਲਾਂ ਚੁੱਕਾਂ ਹੋਈਆਂ ਹੋਣਗੀਆਂ, ਉਹਨਾਂ ਦੀ ਖਿਮਾ ਮੰਗਦੀ ਹੋਈ ਆਓ ਜੀ ਫਤਿਹ ਨਾਲ ਸਾਂਝ ਪਾਈਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਅੱਜ ਦਾ ਜੋ ਤੁਸੀਂ ਚਾਨਣ, ਮੈਂ ਕਹਾਂਗਾ ਹਮ ਅੰਧਲੇ ਅੰਧ ਬਿਖੇ ਬਿਖਰਾਤੇ, ਕਿਉਂ ਚਾਲੇ ਗੁਰ ਚਾਲੀ, ਸਤਿਗੁਰ ਦਿਆ ਕਰੇ ਸੁਖ ਦਾਤਾ, ਹਮ ਲਾਵੇ ਆਪਨ ਪਾਲੀ। ਗੁਰ ਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੇ ਸੋਹੀ ਬਲ ਮਾਨੋ। ਹਰ ਹਰ ਕਥਾ ਨਿਰਾਲੀ। ਅੱਜ ਜੋ ਗੁਰੂ ਕਹਿ ਰਿਹਾ ਹੈ, ਇਹ ਹੰਧਿਆਰਾ, ਇਹ ਇਹੋ ਜਿਹਾ ਸਾਵਨ ਔਰ ਇਹੋ ਜਿਹਾ, ਮੈਂ
ਅੱਜ तक समझ नहीं पाया, लेकिन कैसे तुसी अंधेरे विचों किस तरह कढ़िया। और मैं कहांगा कि ਜਿਹੜੀ ਤੁਸੀਂ रविदास जी ਦਾ शब्द लैके सानू समझाया रस्सी वाली गल, रस्सी नू सब समझ के, और मैं अपने आप नू थोड़ी जी एक कैंडल लाइट भी जला ला ते मैनू रस्सी रस्सी हो जाती है, सब हो जाता है। लेकिन मैं ऐसा मूर्ख हाँ, ऐसा मनमुख हाँ कि मैं अंधेरे विच ही रहना चाहना और भरमा भुलेखिਆਂ ਦੇ ਵਿੱਚ अपने जीवन ਨੂੰ खत्म कर रहा। ऐसे ਤੁਸੀਂ ਸਹਿਜ ਤਰੀਕੇ ਦੇ ਨਾਲ ਉਹਦੇ ਇਤਨੀ ਗਹਿਰਾਈ ਦੇ ਨਾਲ ਸਾਨੂੰ ਦਿਲ ਤੇ ਚੋਟ ਲੱਗੀ ਅੱਜ। मैं कहांगा कि बहुत बहुत धन्यवाद। संगत प्लीज कम फॉरवर्ड। वाहिगुरु जी का खालसा, वाहिगुरु जी की फतेह। बहुत ही अच्छे, सारे ही बहुत ही अच्छा साना शेयर किया है मनदीप जी। एक ते मतलब उस दिन मैं भी अपने रूटीन च जिवें सोच रही सी कि जे परम असी सब तो वड्डी गल ते सानू सब तो वड्डा परम ही यही है कि असी पाठ करने आ। मतलब पाठ करने का मतलब मेरा मतलब कहना है कि असी जब पाठ करने आ ते असी उन्नू इन्ना ईगो च लै जाने या इन्ना मतलब हौमे च आ जाता है कि मैं अज पाठ किया या मैं लोगों को सुना रही हूं कि मैं इन्ने पाठ करनी आ या यह चीज है। मतलब मैनू लगता है कि असी पाठ जो करना है बेसिक मतलब पाठ का यह होना चाहिए है कि मैं वो पाठ करके वो पाठ मैं अपने नु सुनाना है। मैं पाठ करके किसी होर नु नहीं सुनाना कि मैं पाठ किया है। और जो मैं पाठ कर रही हूं वो पाठ मैं सुन के ओनू मैं अपने जीवन विच यूज करना है। जे मैं पाठ कर रही हूं तो मैं पाठ सिर्फ अपने वास्ते कर रही हूं और मैं ओनू ओनू सब तो बड़ा मतलब ਇਹ ਤੇ ਭੁਲੇਖਾ ਹੀ ਸਾਡਾ ਕਿ ਅਸੀਂ ਕਹਿੰਦੇ ਪਾਠ ਕੀਤਾ। ਪਾਠ ਤੇ ਇਸ ਲਈ ਕੀਤਾ ਕਿ ਅਸੀਂ ਥੋੜੀ ਸੋਝੀ ਲਿੱਤੀ ਜੇ ਪਾਠ ਕੀਤਾ ਤਾਂ ਉਹ ਸੋਝੀ ਨੂੰ ਯੂਜ਼ ਕੀਤਾ ਤੇ ਉਹਨੂੰ ਅਸੀਂ ਕਿਸ ਤਰ੍ਹਾਂ ਕਹਿ ਸਕਨੇ ਆ ਕਿਸੇ ਨੂੰ ਕਿ ਅਸੀਂ ਪਾਠ ਕਰਨੇ ਆ ਜਾਂ ਅਸੀਂ ਅੰਮ੍ਰਿਤ ਛਕਿਆ ਆ ਗਏ। ਇਹ ਤੇ ਇੰਨਾ ਪਰਸਨਲ और ਇੰਨਾ मतलब अपने वास्ते लर्निंग वाला टॉपिक है कि मैं पाठ करके कोशिश की अपने नू अकल अपने आप सीधे रस्ते च लाया ते ਅਸੀਂ ਇਹਨੂੰ ਦੂਜੇ ਤਰੀਕੇ ਨਾਲ ਲੈ ਜਾਂਦੇ ਆ। ਮਤਲਬ ਜ਼ਿੰਦਗੀ 'ਚ ਇੰਨੇ ਭਰਮ ਹੈ ਕਿ ਧਰਮ ਵੱਲ ਚੱਲਣਾ ਹੀ ਇੰਨਾ ਮੁਸ਼ਕਿਲ ਹੈਗਾ। ਅਸੀਂ ਸਿਰਫ ਭਰਮ ਨਾਲ ਉਲਝੇ ਹੋਏ ਆ। ਖਾਲਸਾ ਵਾਹਿਗੁਰੂ ਫਤਿਹ ਜੀ। ਇੱਕ ਚੀਜ਼ ਤੇ ਜੀ ਬਿਲਕੁਲ ਜਿਹੜਾ ਟੌਪਿਕ ਕੀਤਾ ਹੈ ਇਸ ਪੂਰੇ ਸੈਸ਼ਨ ਤੋਂ ਭੈਣ ਜੀ ਨੇ ਬਹੁਤ ਅੱਛਾ ਇੱਕ ਚੀਜ਼ ਦੇ ਨਾਲ ਇਹਨੂੰ ਸਟ੍ਰੀਮਲਾਈਨ ਕੀਤਾ ਜਿਹੜਾ ਸਮਝੌਤਾ ਤੇ ਸਿਧਾਂਤ ਦਾ ਜਿਹੜਾ ਭੈਣ ਜੀ ਨੇ ਦੱਸਿਆ ਉਹ ਬੜਾ ਇੰਪੋਰਟੈਂਟ ਮੈਨੂੰ ਉਹਦੇ 'ਚ ਲੱਗਿਆ ਸੈਸ਼ਨ 'ਚ ਕਿ ਸਾਡੀ ਲਾਈਫ ਜਿਹੜੀ ਚੱਲ ਰਹੀ ਹੈ ਉਹ ਕੀ ਸਿਧਾਂਤ ਤੇ ਚੱਲ ਰਹੀ ਹੈ ਜਾਂ ਸਮਝੌਤਿਆਂ ਤੇ ਚੱਲ ਰਹੀ ਹੈ। ਬੜੀ ਵਾਰੀ ਹੁੰਦਾ ਹੈ ਕਿ ਅਸੀਂ ਆਪਣੀ ਡੇਲੀ ਲਾਈਫ 'ਚ ਐਵਰੀਡੇ ਲਾਈਫ 'ਚ ਕਿੰਨੇ ਸਮਝੌਤੇ ਕਰਦੇ ਹਾਂ। ਚਲੋ ਜੀ ਇਹਨੂੰ ਅੱਛਾ ਲੱਗਦਾ ਇੱਦਾਂ ਕਰ ਲੈਂਦੇ, ਉਹਨੂੰ ਅੱਛਾ ਲੱਗਦਾ ਉੱਦਾਂ ਕਰ ਲੈਂਦੇ ਹਾਂ ਤੇ ਇਹ ਮੈਨੂੰ ਅੱਛਾ ਲੱਗ ਰਿਹਾ ਤੇ ਮੈਂ ਇੱਦਾਂ ਕਰ ਲਾਂ ਭਾਵੇਂ ਉਹ ਗਲਤੀ ਹੋਵੇ ਤੇ ਅਸੀਂ ਸਮਝੌਤਿਆਂ ਤੇ ਚੱਲ ਰਹੇ ਹਾਂ ਬਹੁਤ ਜ਼ਿਆਦਾ। ਤੇ ਜਿਹੜੇ ਸਾਨੂੰ ਸਿਧਾਂਤ ਮਿਲੇ ਹੋਏ ਨੇ, ਪ੍ਰਿੰਸੀਪਲਸ ਜਿਹੜੇ ਮਿਲੇ ਹੋਏ ਨੇ ਕਿ ਅਸੀਂ ਉਹਨਾਂ ਵੱਲ ਝਾਤ ਮਾਰ ਰਹੇ ਹਾਂ। ਪਹਿਲਾਂ ਤਾਂ ਮੈਂ ਆਪਣਾ ਜੀਵਨ ਹੀ ਦੇਖ ਲਵਾਂ, ਫਿਰ ਇਸ ਤੋਂ ਰਲਦਾ ਮੈਂ ਆਪਣੇ ਆਗੂ ਜਿਹੜੇ ਸਾਡੇ ਆਗੂ ਨੇ ਜਿਹੜੇ ਸਾਡੇ ਧਰਮ ਦੇ ਆਗੂ ਨੇ ਉਹਨਾਂ ਵੱਲ ਵੀ ਦੇਖਾਂ ਕਿ ਕਿਹੜੇ ਆਗੂ ਸਾਡੇ ਸਿਧਾਂਤਾਂ ਤੇ ਹੈਗੇ ਤੇ ਕਿਹੜੇ ਆਗੂ ਸਾਡੇ ਸਮਝੌਤੇ ਕਰ ਰਹੇ। ਤੇ ਜੇ ਅਸੀਂ ਸੈਲਫ ਪਲੱਸ ਸਾਡੇ ਆਗੂ ਪਲੱਸ ਸੰਗਤ ਜੇ ਸਾਰੇ ਮਿਲ ਕੇ ਅਸੀਂ ਇਹਨਾਂ ਸਿਧਾਂਤਾਂ ਤੇ ਹੋ ਜਾਈਏ ਐਂਡ ਆਫ ਕੋਰਸ ਇਟ ਬੋਇਲਸ ਡਾਊਨ ਟੂ ਦ ਸੇਮ ਥਿੰਗ। ਸਿਧਾਂਤ ਉਦੋਂ ਹੀ ਆਉਣਗੇ ਜਦੋਂ ਅਸੀਂ ਬਾਣੀ ਪੜਾਂਗੇ, ਬਾਣੀ ਵਿਚਾਰਾਂਗੇ। ਇਟ ਬੋਇਲਸ ਡਾਊਨ ਟੂ ਦ ਸੇਮ ਥਿੰਗ। ਜਦੋਂ ਸਾਨੂੰ ਬਾਣੀ ਕੰਠ ਹੋ ਗਈ ਮਤਲਬ ਸਮਝ ਆ ਗਏ, ਸਿਧਾਂਤ ਆਪਣੇ ਆਪ ਬਣ ਜਾਣਗੇ, ਫਿਰ ਅਸੀਂ ਸਮਝੌਤੇ ਨਹੀਂ ਕਰਾਂਗੇ। ਭੈਣ ਜੀ ਬਹੁਤ ਬਹੁਤ ਆਪ ਜੀ ਦਾ ਧੰਨਵਾਦ। ਕਨੈਕਟੀਵਿਟੀ